ਰਾਜਨੀਤਿਕ ਤੌਰ ਦੇ ਉੱਤੇ ਜ਼ਿਲ੍ਹਾ ਔਰ ਹਲਕਾ ਇਸ ਵੇਲੇ ਕਿੱਥੇ ਖੜਾ? ਔਰ ਮੇਰਾ ਰਾਜਨੀਤਿਕ ਸਫ਼ਰ ਜਿਹੜਾ ਆਪਣਾ ਹੈ ਉਹ 33 ਸਾਲ ਦਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੰਗਠਨਾਤਮਕ ਜਿਹੜਾ ਢਾਂਚਾ ਆ ਉਹ ਬੜਾ ਮਾਈਨਿਊਟਲੀ ਅਸੀਂ ਉਸ ਨੂੰ ਗਠਿਤ ਕੀਤਾ ਹੋਇਆ ਹੈ। ਔਰ ਜਿਹੜੇ ਸਾਡੇ ਜ਼ਿਲ੍ਹੇ ਦੇ 574 ਬੂਥ ਨੇ ਔਰ ਸੁਜਾਨਪੁਰ ਵਿਧਾਨ ਸਭਾ ਦੀ ਤੁਸੀਂ ਗੱਲ ਕੀਤੀ ਹੈ, ਇੱਥੇ 198 ਬੂਥ ਨੇ ਔਰ ਸਾਡਾ ਬੂਥ ਸਤਰ ਤੱਕ ਢਾਂਚਾ ਜਿਹੜਾ ਗਠਿਤ ਹੈ। ਇਸ ਕਰਕੇ ਮੈਂ ਬੜੇ ਫਖਰ ਨਾਲ ਇਹ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਸੁਜਾਨਪੁਰ ਦੇ ਵਿੱਚ ਪੂਰੀ ਤਰ੍ਹਾਂ ਆਪਣੇ ਜਾਹੋ ਜਲਾਲ ਤੇ ਹੈ, ਸੰਗਠਨਾਤਮਕ ਢਾਂਚਾ ਦਾ ਪੂਰੀ ਤਰ੍ਹਾਂ ਗਠਿਤ ਹੈ ਔਰ ਭਾਰਤੀ ਜਨਤਾ ਪਾਰਟੀ ਜਿੱਤੇਗੀ। ਸੁਜਾਨਪੁਰ ਉਨਾ ਵੱਧ ਨਹੀਂ ਸਕਿਆ, ਉਨਾ ਵਿਸਤਾਰ ਹੋ ਨਹੀਂ ਸਕਿਆ, ਉਨਾ ਵਿਕਾਸ ਹੋ ਨਹੀਂ ਸਕਿਆ, ਤੁਹਾਡੀ ਆਪਣੀ ਨਿੱਜੀ ਰਾਏ ਕੀ ਹੈ? ਦੇਖੋ, ਇਹਦੇ ਬਾਰੇ ਮੈਂ ਵਿਅਕਤੀਗਤ ਤੌਰ ਤੇ ਕੋਈ ਰਾਏ ਨਹੀਂ ਦੇਣਾ ਚਾਹੁੰਦਾ। ਇਹ ਜਵਾਬ ਜਿਹੜਾ ਮੌਜੂਦਾ ਵਿਧਾਇਕ ਜੀ ਦਾ ਬਣਦਾ ਜੀ, ਇਹ ਉਹ ਹੀ ਦੱਸ ਸਕਦੇ ਆ ਵੀ ਉਹਨਾਂ ਨੇ ਕਿੰਨੇ ਕੰਮ ਕੀਤੇ ਆ ਔਰ ਕਿੱਥੇ ਕੀਤੇ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਤੇ ਰਣਜੀਤ ਸਾਗਰ ਬਾਂਧ ਪਰਿਯੋਜਨਾ ਵਰਗੀ ਪਰਿਯੋਜਨਾ ਬਣੀ ਔਰ ਜਿਹੜਾ ਆਪਣਾ ਸ਼ਾਹਪੁਰ ਕੰਢੀ ਬੈਰਾਜ ਜਿਹੜਾ ਉਹ ਬਣ ਰਿਹਾ, ਉਹਨਾਂ ਲੋਕਾਂ ਦੇ ਨਾਲ ਸਰਾਸਰ ਅਨਿਆਏ ਹੋਇਆ। ਅਗਰ ਉਹਨਾਂ ਦਾ ਅਧਿਕਾਰ ਬਣਦਾ ਔਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਤਾਂ ਜਿਹੜਾ ਲੋਕ ਸਭਾ ਹਲਕਾ ਸਾਡਾ ਗੁਰਦਾਸਪੁਰ ਪਠਾਨਕੋਟ ਹੈ ਉਹ ਠੱਗੇ ਗਏ ਨੇ। ਸਨੀ ਦਿਓਲ ਹੋਰੀ ਆਏ, ਆਪਣੀ ਹੀਰੋਗਿਰੀ ਦਿਖਾਈ, ਵੋਟਾਂ ਲਈਆਂ ਔਰ ਚਲੇ ਗਏ, ਇਲਾਕੇ ਦਾ ਧਿਆਨ ਨਹੀਂ ਦਿੱਤਾ। ਤਾਂ ਲੋਕ ਕਹਿੰਦੇ ਕਿ ਅਸੀਂ ਫਿਰ ਹੀਰੋ ਨੂੰ ਬਣਾ ਕੇ ਪਛਤਾ ਰਹੇ ਹਾਂ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਨਹੀਂ, ਐਸਾ ਨਹੀਂ ਹੈ। ਪਹਿਲੇ ਸਾਂਸਦ ਸਾਡੇ ਵਿਨੋਦ ਖੰਨਾ ਜੀ ਉਹ ਵੀ ਹੀਰੋ ਸੀਗੇ ਜੀ ਔਰ ਉਹਨਾਂ ਨੇ ਬੜੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕੀਤਾ ਔਰ ਸਨੀ ਦਿਓਲ ਜੀ ਵੀ ਬੜੇ ਸੰਵੇਦਨਸ਼ੀਲ ਵਿਅਕਤੀ ਨੇ। ਅੱਜ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਅਸੀਂ ਸਾਂਸਦ ਕੋਲੋਂ ਜਿਹੜੇ ਆ ਪੰਚਾਇਤ ਵਾਲੇ ਕੰਮ ਜਾਂ ਵਿਧਾਇਕ ਵਾਲੇ ਗਲੀਆਂ ਵਾਲੇ ਕੰਮ ਜਿਹੜੇ ਆ ਉਹ ਕਿਉਂ ਐਕਸਪੈਕਟ ਕਰਦੇ ਆ? ਵਿਪਨ ਜੀ, ਆਸਾਨ ਬਹੁਤ ਹੈ ਇਹ ਕਹਿ ਦੇਣਾ ਕਿ ਮੈਨੂੰ ਪਾਵਰ ਮਿਲ ਜਾਵੇ ਤੇ ਮੈਂ ਇਹ ਕਰ ਦਿਆਂਗਾ, ਮੈਨੂੰ ਤੁਸੀਂ ਲੀਡਰ ਬਣਾ ਦਿਓ ਮੈਂ ਉਹ ਕਰ ਦਿਆਂਗਾ, ਮੈਂ ਫਲਾਣਾ ਰੋਜ਼ਗਾਰ ਲੈਵਾਂਗਾ, ਫਲਾਣੀ ਇੰਡਸਟਰੀ ਲੈਵਾਂਗਾ। ਪਰ ਜੇ ਕਿਸੇ ਨੂੰ ਪੁੱਛਿਆ ਜਾਏ ਬਲੂ ਪ੍ਰਿੰਟ ਕੀ ਕਰਾਂਗੇ, ਕਿੱਦਾਂ, ਪੋਸੀਬਿਲਿਟੀ ਕੀ ਹੈ, ਉਹ ਕੋਈ ਨਹੀਂ ਬੋਲਦਾ। ਇਹਦੇ ਬਾਰੇ ਕੀ ਕਹਿਣਾ? ਦੇਖੋ, ਸਭ ਤੋਂ ਪਹਿਲੀ ਗੱਲ ਤੇ ਇਹ ਆ, ਸਾਡਾ ਖਵਾਨੇ ਦੇ ਵਿੱਚ ਇੰਡਸਟਰੀ ਗਰੋਥ ਸੈਂਟਰ ਹੈ ਜੀ। ਬਿਲਕੁਲ, ਇੰਡਸਟਰੀਅਲ ਗਰੋਥ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਇੰਡਸਟਰੀ ਜਿਹੜੀਆਂ ਸਮਾਲ ਸਕੇਲ ਇੰਡਸਟਰੀ ਉਹ ਲਿਆਂਦੀਆਂ ਜਾ ਸਕਦੀਆਂ, ਪਰ ਉਹਦੇ ਵਿੱਚ ਇੱਕ ਸ਼ਰਤ ਜਿਹੜੀ ਆ ਉਹ ਮੈਂ ਚਾਹੁੰਦਾ ਕਿ ਉਹਦੇ ਵਿੱਚ ਇਹ ਸ਼ਰਤ ਹੋਵੇ ਇੱਕ ਕਿ ਜਿਹੜਾ ਰੁਜ਼ਗਾਰ ਹੈ ਉਹ ਲੋਕਲ ਲੋਕਾਂ ਨੂੰ ਦਿੱਤਾ ਜਾਏ, ਲੋਕਲ ਬੰਦਿਆਂ ਨੂੰ ਦਿੱਤਾ ਜਾਏ। ਅਸੀਂ ਦੇਖਦੇ ਹਾਂ ਕਿ ਅੱਜ ਪ੍ਰਾਈਵੇਟ ਸੈਕਟਰ ਦੇ ਵਿੱਚ ਐਜੂਕੇਸ਼ਨਲ ਹੱਬ ਬਣ ਰਿਹਾ ਸਾਡਾ ਏਰੀਆ, ਤਾਂ ਕਿਆ ਇੱਥੇ ਸਰਕਾਰੀ ਕਾਲਜ ਨਹੀਂ ਖੁੱਲ੍ਹ ਸਕਦੇ? ਕਿਆ ਇੱਥੇ ਮੈਡੀਕਲ ਕਾਲਜ ਨਹੀਂ ਲਿਆਂਦਾ ਜਾ ਸਕਦਾ? ਕਿ ਮੈਂ HRD ਮਿਨਿਸਟਰੀ ਨੂੰ ਲਿਖਿਆ ਹੈ ਕਿ ਸਾਡੇ ਇਸ ਏਰੀਆ ਦੇ ਵਿੱਚ ਕੇਂਦਰੀ ਵਿਦਿਆਲੇ ਖੋਲ੍ਹਿਆ ਜਾਏ ਜਾਂ ਸੈਨਿਕ ਸਕੂਲ ਜਿਹੜੇ ਆ ਉਹ ਸਾਨੂੰ ਦਿੱਤੇ ਜਾਣ। ਨਵੋਦਿਆ ਵਿਦਿਆਲੇ ਜਿਹੜਾ ਉਹ ਸਾਡੇ ਧਾਰ ਦੇ ਏਰੀਆ ਦੇ ਵਿੱਚ ਉਹ ਖੋਲ੍ਹਿਆ ਜਾਏ। ਇਸ ਵੇਲੇ ਕਿਸਾਨ ਅੰਦੋਲਨ ਦਾ ਬੀਜੇਪੀ ਨੂੰ ਕਿੰਨਾ ਕੁ ਫਾਇਦਾ, ਕਿੰਨਾ ਕੁ ਨੁਕਸਾਨ, ਜਾਂ ਤੁਹਾਡੀ ਨਜ਼ਰ ਦੇ ਵਿੱਚ ਅੰਦੋਲਨ ਇਸ ਵੇਲੇ ਕੀ ਹੈ? ਦੇਖੋ, ਜਿਹੜਾ ਅਸੀਂ ਸਾਰੇ ਕਿਸਾਨਾਂ ਦੇ ਨਾਲ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਿਸਾਨ ਹਿਤੈਸ਼ੀ ਪਾਰਟੀ ਹੈ ਔਰ ਕਿਸਾਨਾਂ ਦੇ ਨਾਲ ਖੜੀ ਪਾਰਟੀ ਹੈ। ਕਿਸਾਨ ਬਿੱਲ ਜਿਹੜੇ ਆ ਉਹ ਕਿਸਾਨਾਂ ਦੇ ਹੱਕ 'ਚ ਨੇ ਔਰ ਪਿਛਲੇ 2-3 ਫਸਲਾਂ ਜਿਹੜੀਆਂ ਨੇ ਉਹ ਉਸ ਤੋਂ ਬਾਅਦ ਨਿਕਲ ਚੁੱਕੀਆਂ ਔਰ ਕਿਸਾਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ। ਇਹ ਨੂਰਾ ਕੁਸ਼ਤੀ ਕਾਂਗਰਸ ਦੀ ਆਪਸ ਦੇ ਵਿੱਚ ਜਿਹੜੀ ਜਾਰੀ ਹੈ, ਸਿੱਧੂ ਵਰਸੇ ਚੰਨੀ, ਜਿਹੜਾ ਇਹ ਕੀਤਾ ਜਾ ਰਿਹਾ ਉਹ ਇਸ ਕਰਕੇ ਕੀਤਾ ਜਾ ਰਿਹਾ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਜਿਹੜਾ ਮੁੱਖ ਮੁੱਦੇ ਜਿਹੜੇ ਆ ਉਹ ਉਹਨਾਂ ਤੋਂ ਹਟਾਇਆ ਜਾਏ। ਜੇ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰੀਏ ਤਾਂ ਕੇਜਰੀਵਾਲ ਉਹਨਾਂ ਲੋਕਾਂ ਦੇ ਜਾ ਕੇ ਘਰ ਠਹਿਰਦਾ ਜਿਹੜੇ ਆਤੰਕਵਾਦ ਦੇ ਨਾਲ ਜੁੜੇ ਹੋਏ ਲੋਕ। ਕੇਜਰੀਵਾਲ, ਮੈਂ ਤਾਂ ਉਹਨੂੰ ਅਰਬਨ ਨਕਸਲ ਕਹਿੰਦਾ। ਅਗਰ ਪਾਰਟੀ ਕਹਿੰਦੀ ਹੈ ਕਿ ਵਿਪਨ ਜੀ ਤੁਸੀਂ ਇਸ ਵਾਰ ਇਲੈਕਸ਼ਨ ਲੜਨਾ, ਟਿਕਟ ਤੁਹਾਨੂੰ ਦਿੱਤੀ ਜਾਂਦੀ ਹੈ, ਤਿਆਰ ਹੋ? ਦੇਖੋ, ਪਾਰਟੀ ਜਿਹੜਾ ਵੀ ਦਾਇਿਤਵ ਦੇਗੀ ਉਹਦੇ ਲਈ ਹਮੇਸ਼ਾ ਤਿਆਰ। ਜੈ ਹਿੰਦ ਦੋਸਤੋ, ਤੁਸੀਂ ਦੇਖ ਰਹੇ ਹੋ TNN ਔਰ TNN ਦੀ ਲਗਾਤਾਰ ਕੋਸ਼ਿਸ਼ ਹੈ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਆਮ ਜਨਤਾ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਜਿਹੜੇ ਆ ਉਹ ਪਹੁੰਚਣੇ ਬਹੁਤ ਜ਼ਰੂਰੀ ਹੈ, ਤਾਂ ਕਿ ਲੋਕ ਇੱਕ ਅੰਦਾਜ਼ਾ ਲਗਾ ਸਕਣ, ਇੱਕ ਮਨ ਬਣਾ ਸਕਣ ਕਿ ਕਿਸ ਲੀਡਰ ਦੇ ਵਿਚਾਰ ਜਿਹੜੇ ਨੇ ਉਹ ਉਹਨਾਂ ਨੂੰ ਠੀਕ ਲੱਗਦੇ ਨੇ ਤੇ ਉਹਨਾਂ ਦੀ ਪਾਰਟੀ ਜਿਹੜੀ ਆ ਉਹਨਾਂ ਦੇ ਵਿਚਾਰਾਂ ਦੇ ਹਿਸਾਬ ਨਾਲ ਬਿਲਕੁਲ ਸਹੀ ਚੱਲ ਰਹੀ ਹੈ। ਤੇ ਇਸ ਕੜੀ ਦੇ ਵਿੱਚ ਅਸੀਂ ਵੱਖ-ਵੱਖ ਨੁਮਾਇੰਦਿਆਂ ਦੇ ਨਾਲ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ। ਤੇ ਅੱਜ ਅਸੀਂ ਪਹੁੰਚੇ ਹਾਂ ਜੁਗਿਆਲ ਸ਼ਾਹਪੁਰ ਕੰਢੀ ਦੇ ਵਿੱਚ, ਜਿੱਥੇ ਕਿ ਜੋ ਮੌਜੂਦਾ ਇਸ ਵੇਲੇ ਜ਼ੋਨਲ ਵਿਸਤਾਰਕ ਪ੍ਰਮੁੱਖ ਨੇ ਭਾਰਤੀ ਜਨਤਾ ਪਾਰਟੀ ਦੇ ਔਰ ਮੁਕੇਰੀਆਂ ਤੋਂ ਪ੍ਰਭਾਰੀ ਵੀ ਨੇ
ਔਰ 8 ਸਾਲ ਲਗਾਤਾਰ ਮਹਾਮੰਤਰੀ ਪ੍ਰਦੇਸ਼ ਦੇ ਵੀ ਰਹੇ ਨੇ ਔਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਉਹ ਇਤਿਹਾਸ ਦੇ ਵਿੱਚ ਉਹ ਰਹੇ ਨੇ। ਮਾਰਕੀਟ ਕਮੇਟੀ ਚੇਅਰਮੈਨ ਦਾ ਅਹੁਦਾ ਵੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਮਿਲਿਆ ਸੀਗਾ ਔਰ ਉਸ ਨੂੰ ਬਖੂਬੀ ਉਹਨਾਂ ਨੇ ਨਿਭਾਇਆ। ਸਾਡੀ ਮੁਰਾਦ ਹੈ ਜੀ ਵਿਪਨ ਮਹਾਜਨ ਤੋਂ ਭਾਰਤੀ ਜਨਤਾ ਪਾਰਟੀ ਦੇ ਕਰਮਠ ਨੇਤਾ ਨੇ, ਆਪਣੇ ਆਪ ਨੂੰ ਕਾਰਜਕਰਤਾ ਵੀ ਕਹਿੰਦੇ ਨੇ, ਪਰ ਇਲਾਕੇ ਦੇ ਵਿੱਚ ਛਾਪ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਕਦਾਵਰ ਨੇਤਾ ਨੇ। ਗੱਲਬਾਤ ਕਰਾਂਗੇ ਉਹਦੇ ਨਾਲ। ਵਿਪਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ TNN ਦੇ ਵਿੱਚ। ਬਹੁਤ ਬਹੁਤ ਧੰਨਵਾਦ। ਅੱਜ TNN ਦਾ ਤੁਸੀਂ ਮੈਨੂੰ ਆਪਣਾ ਮੌਕਾ ਦਿੱਤਾ, ਤੁਹਾਡਾ ਬਹੁਤ ਬਹੁਤ ਆਭਾਰ ਸੰਜੀਵ ਜੀ। ਜੀ ਵਿਪਨ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਸਾਰਿਆਂ ਨੂੰ ਹੁੰਦਾ, ਕਾਮਨ ਸਵਾਲ ਹੈ ਕਿ ਇਸ ਵੇਲੇ ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰੀਏ ਜਾਂ ਹਲਕਾ ਸੁਜਾਨਪੁਰ ਦੀ ਗੱਲ ਕਰੀਏ, ਰਾਜਨੀਤਿਕ ਤੌਰ ਦੇ ਉੱਤੇ ਜ਼ਿਲ੍ਹਾ ਔਰ ਹਲਕਾ ਇਸ ਵੇਲੇ ਕਿੱਥੇ ਖੜਾ? ਦੇਖੋ, ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਔਰ ਮੇਰਾ ਰਾਜਨੀਤਿਕ ਸਫ਼ਰ ਜਿਹੜਾ ਆਪਣਾ ਹੈ ਉਹ 33 ਸਾਲ ਦਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੰਗਠਨਾਤਮਕ ਜਿਹੜਾ ਢਾਂਚਾ ਹੈ ਉਹ ਬੜਾ ਮਾਈਨਿਊਟਲੀ ਅਸੀਂ ਉਸ ਨੂੰ ਗਠਿਤ ਕੀਤਾ ਹੋਇਆ ਹੈ ਔਰ ਜਿਹੜੇ ਸਾਡੇ ਜ਼ਿਲ੍ਹੇ ਦੇ 574 ਬੂਥ ਨੇ ਔਰ ਸੁਜਾਨਪੁਰ ਵਿਧਾਨ ਸਭਾ ਦੀ ਤੁਸੀਂ ਗੱਲ ਕੀਤੀ ਹੈ, ਇੱਥੇ 198 ਬੂਥ ਨੇ ਔਰ ਸਾਡਾ ਬੂਥ ਸਤਰ ਤੱਕ ਢਾਂਚਾ ਜਿਹੜਾ ਗਠਿਤ ਹੈ। ਇਸ ਕਰਕੇ ਮੈਂ ਬੜੇ ਫਖਰ ਨਾਲ ਇਹ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਸੁਜਾਨਪੁਰ ਦੇ ਵਿੱਚ ਪੂਰੀ ਤਰ੍ਹਾਂ ਆਪਣੇ ਜਾਹੋ ਜਲਾਲ ਤੇ ਹੈ, ਸੰਗਠਨਾਤਮਕ ਢਾਂਚਾ ਦਾ ਪੂਰੀ ਤਰ੍ਹਾਂ ਗਠਿਤ ਹੈ ਔਰ ਭਾਰਤੀ ਜਨਤਾ ਪਾਰਟੀ ਜਿੱਤੇਗੀ। ਵਿਪਨ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਹਲਕਾ ਸੁਜਾਨਪੁਰ ਦੇ ਵਿੱਚ ਪੂਰੀ ਸੰਗਠਨਾਤਮਕ ਪਾਰਟੀ ਇਸ ਵੇਲੇ ਬੜੀ ਮਜ਼ਬੂਤ ਹੈ ਔਰ ਲਗਭਗ ਪਿਛਲੇ 15 ਸਾਲ ਤੋਂ ਭਾਰਤੀ ਜਨਤਾ ਪਾਰਟੀ ਦਾ ਹੀ ਰਾਜ ਇੱਥੇ ਰਿਹਾ, ਝੰਡਾ ਬੁਲੰਦ ਰਿਹਾ ਸੁਜਾਨਪੁਰ ਦੇ ਵਿੱਚ। ਕੀ ਲੱਗਦਾ ਤੁਹਾਨੂੰ ਕਿ ਬਿਲਕੁਲ ਇਨਸਾਫ ਹੋਇਆ ਸੁਜਾਨਪੁਰ ਹਲਕੇ ਦੇ ਨਾਲ? ਕਿਉਂਕਿ ਇਹ ਜਿਹੜਾ ਹੁਣ ਤੱਕ ਦੇ ਜੋ ਹਾਲਾਤ ਨੇ, ਜਿਹੜੇ ਵਿਰੋਧੀ ਨੇ ਜਾਂ ਫਿਰ ਹੋਰ ਲੋਕ ਜਿਹੜੇ ਗੱਲਾਂ ਕਰਦੇ ਨੇ ਕਿ ਸੁਜਾਨਪੁਰ ਉਨਾ ਵੱਧ ਨਹੀਂ ਸਕਿਆ, ਉਨਾ ਵਿਸਤਾਰ ਹੋ ਨਹੀਂ ਸਕਿਆ, ਉਨਾ ਵਿਕਾਸ ਹੋ ਨਹੀਂ ਸਕਿਆ, ਤੁਹਾਡੀ ਆਪਣੀ ਨਿੱਜੀ ਰਾਏ ਕੀ ਹੈ? ਦੇਖੋ, ਇਹਦੇ ਬਾਰੇ ਮੈਂ ਵਿਅਕਤੀਗਤ ਤੌਰ ਤੇ ਕੋਈ ਰਾਏ ਨਹੀਂ ਦੇਣਾ ਚਾਹੁੰਦਾ। ਉਹਦਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਆ ਇਹ ਜਵਾਬ ਜਿਹੜਾ ਮੌਜੂਦਾ ਵਿਧਾਇਕ ਜੀ ਦਾ ਬਣਦਾ, ਇਹ ਉਹ ਹੀ ਦੱਸ ਸਕਦੇ ਆ ਵੀ ਉਹਨਾਂ ਨੇ ਕਿੰਨੇ ਕੁ ਕੰਮ ਕੀਤੇ ਆ ਔਰ ਕਿੱਥੇ ਕਿੱਥੇ ਕੀਤੇ ਆ। ਜੀ ਵਿਪਨ ਜੀ, ਜੇ ਅਸੀਂ ਨੌਜਵਾਨਾਂ ਦੀ ਗੱਲ ਕਰ ਰਹੀਏ ਹਲਕਾ ਸੁਜਾਨਪੁਰ ਦੀ ਔਰ ਉਹਦੇ ਵਿੱਚ ਖਾਸ ਕਰਕੇ ਧਾਰ ਬਲਾਕ ਦੀ, ਤੇ ਥੋੜ੍ਹੇ ਪੈਸਿਆਂ ਦੇ ਲਈ ਬੱਚੇ ਬੜੀ ਦੂਰ ਦੂਰ ਜਾ ਰਹੇ ਨੇ। ਕੋਵਿਡ ਦੇ ਚਲਦਿਆਂ ਹੋਰ ਮੁਸ਼ਕਿਲ ਆਈ ਹੈ, ਬੜੀ ਦੂਰ ਬੈਠੇ ਨੇ ਰੁਜ਼ਗਾਰ ਲੈਣ ਦੇ ਲਈ। ਕੀ ਹੋ ਸਕਦਾ ਕਿ ਬੱਚੇ ਇੱਥੇ ਹੀ ਰਹਿਣ? ਕਿਉਂਕਿ ਇਹ ਹੁਣ 2022 ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡਾ ਇੱਕ ਮੁੱਦਾ ਰਹਿਣ ਵਾਲਾ। ਦੇਖੋ, ਸਭ ਤੋਂ ਪਹਿਲੀ ਵੱਡੀ ਗੱਲ ਤਾਂ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਕੀਤਾ ਕਿ ਜਿਹੜਾ ਧਾਰ ਦਾ ਏਰੀਆ ਹੈ 3 ਸਟੇਟਾਂ ਦੀ ਬਾਰਡਰ ਏਰੀਆ ਹੈ ਔਰ ਇਹਦੇ ਵਿੱਚ ਬਹੁਤ ਸਾਰਾ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਕੰਮ ਹੋ ਸਕਦਾ ਸੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ। ਜਿਸ ਤਰ੍ਹਾਂ ਤੁਸੀਂ ਮੇਰੇ ਜੇ ਪੁਰਾਣੇ ਇੰਟਰਵਿਊ ਸੁਣੋ ਤਾਂ ਉਹਦੇ ਵਿੱਚ ਲਗਭਗ 10 ਸਾਲ 15 ਸਾਲ ਪਹਿਲੇ ਮੈਂ ਇੱਕ ਗੱਲ ਕਹੀ ਸੀ ਕਿ ਇਹ ਜਿਹੜੀ ਸਾਡੀ ਧਾਰ ਦਾ ਏਰੀਆ ਜਿਹੜਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਪੰਜਾਬ ਦੀ ਵਾਟਰ ਬਾਡੀ ਆ ਰਣਜੀਤ ਸਾਗਰ ਬਾਂਧ ਪਰਿਯੋਜਨਾ ਦੀ ਝੀਲ ਹੈ। ਇਹ ਇੱਕ ਵੱਡਾ ਹੱਬ ਸਾਬਤ ਹੋ ਸਕਦੀ ਹੈ ਔਰ ਉਸ 'ਤੇ ਕਾਫੀ ਕੰਮ ਜਿਹੜਾ ਉਹ ਜੰਗਲਾਤ ਵਿਭਾਗ ਨੇ ਕੀਤਾ ਹੈ। ਮੇਰੇ ਮਨ ਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਔਰ ਸੰਤੁਸ਼ਟੀ ਵੀ ਹੈ ਵੀ ਉਧਰ ਨੂੰ ਜੋ ਸਾਡਾ ਵਿਜ਼ਨ ਹੈ ਉਧਰ ਨੂੰ ਕਿਸੇ ਨੇ ਤਾਂ ਸਟੈਪ ਲਿਆ। ਜਦੋਂ 2010 ਦੇ ਵਿੱਚ ਮਾਨਨੀ ਵਿਨੋਦ ਖੰਨਾ ਜੀ ਸਾਡੇ MP ਸੀਗੇ, ਉਹਨਾਂ ਦੇ ਨਾਲ ਮੈਨੂੰ ਸੁਭਾਗਿਆ ਮਿਲਿਆ। ਉਸ ਵੇਲੇ ਜ਼ਿਲ੍ਹਾ ਮਹਾਮੰਤਰੀ ਦੇ ਨਾਤੇ ਮੈਂ ਇੱਥੇ ਗਿਆ, ਆਪਣਾ 2011 ਦੀ ਗੱਲ ਹੈ। 2011 ਦੇ ਵਿੱਚ ਮਿਸਟਰ ਕਲੈਬਰੋਨ ਜਿਹੜੇ ਆ ਇੱਕ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਇਹਦੇ ਨਾਲ ਆਪਣਾ ਟੂਰਿਜ਼ਮ ਦੇ ਨਾਲ ਸੰਬੰਧਿਤ ਵਿਅਕਤੀਤਵ ਸੀਗਾ, ਉਹ ਇੱਥੇ ਆਏ। ਉਹਨਾਂ ਦਾ ਵਿਨੋਦ ਖੰਨਾ ਜੀ ਨੇ ਵਿਜ਼ਿਟ ਕਰਾਇਆ ਔਰ ਉਸ ਤੋਂ ਬਾਅਦ ਯੋਜਨਾ ਇਹ ਸੀ ਕਿ ਇਸ ਨੂੰ ਵਿਸ਼ਵ ਮਾਨਚਿੱਤਰ 'ਤੇ ਲਿਆਂਦਾ ਜਾਏ ਇਸ ਏਰੀਏ ਨੂੰ। ਔਰ ਇਹ ਅੱਜ ਲੋਕੀ ਇਹਨੂੰ ਮਿੰਨੀ ਗੋਆ ਕਹਿ ਰਹੇ ਆ, ਮਿੰਨੀ ਸਵਿਟਜ਼ਰਲੈਂਡ ਕਹਿ ਰਹੇ ਆ, ਤਾਂ ਇਹ ਵਿਨੋਦ ਖੰਨਾ ਜੀ ਦਾ ਭਾਰਤੀ ਜਨਤਾ ਪਾਰਟੀ ਦਾ ਕੰਸੈਪਟ ਹੈ ਜੀ। ਔਰ ਇਸ ਤਰ੍ਹਾਂ ਦੀ ਅਸੀਂ ਹੋਰ ਜਿਹੜੀਆਂ, ਜਿਸ ਤਰ੍ਹਾਂ ਹੁਣ ਵਾਟਰ ਸਪੋਰਟਸ ਹੈ, ਇੱਥੇ ਐਡਵੈਂਚਰ ਸਪੋਰਟਸ ਹੈ, ਜਿਹੜੀਆਂ ਆਪਣਾ ਗਲਾਈਡਿੰਗ ਹੈ, ਪੈਰਾਗਲਾਈਡਿੰਗ ਜਿਹੜੀ ਹੈ, ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਹੋਰ ਲਿਆ ਕੇ ਇਸ ਏਰੀਏ ਦੇ ਵਿੱਚ ਰੁਜ਼ਗਾਰ ਨੂੰ ਵਧਾਇਆ ਜਾ ਸਕਦਾ। ਔਰ ਅੱਜ ਅਸੀਂ ਦੇਖਦੇ ਹਾਂ ਕਿ ਜਿੱਥੇ ਛੋਟੇ ਦੁਕਾਨਦਾਰ ਵੀ ਉੱਥੇ ਜਿਹੜੇ ਜਾ ਕੇ ਬੈਠੇ ਆ,
ਅੱਜ ਉਹ ਵਧੀਆ ਕਮਾ ਖਾ ਰਹੇ ਆ, ਰੁਜ਼ਗਾਰ ਪੈਦਾ ਹੋ ਰਿਹਾ। ਰੁਜ਼ਗਾਰ ਪੈਦਾ ਹੋ ਰਿਹਾ। ਔਰ ਟੂਰਿਜ਼ਮ ਜਿਹੜਾ ਹੈ, ਟੂਰਿਜ਼ਮ ਹੀ ਇਸ ਏਰੀਏ ਦੇ ਵਿੱਚ ਸਭ ਤੋਂ ਵੱਡਾ ਰੁਜ਼ਗਾਰ ਪੈਦਾ ਕਰਨ ਦਾ ਇੱਕ ਸਾਧਨ ਬਣ ਸਕਦਾ। ਹੁਣ ਮੁਕਤੇਸ਼ਵਰ ਧਾਮ ਹੈ, ਧਾਰਮਿਕ ਟੂਰਿਜ਼ਮ ਦਾ ਇੱਕ ਵੱਡਾ ਪੁਆਇੰਟ ਬਣ ਸਕਦਾ, ਠੀਕ ਹੈ ਨਾ। ਇੱਥੇ ਹੀ ਅਸੀਂ ਮਤਲਬ ਮੇਰੇ ਦਿਮਾਗ ਦੇ ਵਿੱਚ ਹੈ ਕਿ ਰੋਪਵੇ ਬਣ ਜਾਏ, ਲੋਕ ਕੇਬਲ ਕਾਰ ਟਾਈਪ ਜਿਹੜਾ ਇੱਥੇ ਉਹ ਬਣ ਜਾਏ। ਹੁਣ ਉੱਥੇ ਆਪਣਾ ਅਸੀਂ ਚਮਰੋੜ ਪੱਤਨ, ਜਿਹਨੂੰ ਮਿੰਨੀ ਗੋਆ ਅਸੀਂ ਕਹਿੰਦੇ ਆ, ਉੱਥੇ ਵੀ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਆ ਰਹੀਆਂ ਨੇ। ਔਰ ਉਹਦੇ ਨਾਲ ਦਿਨੋਂ ਦਿਨ ਅਸੀਂ ਦੇਖਦੇ ਹਾਂ ਕਿ ਉੱਥੇ ਰਸ਼ ਵੱਧ ਰਿਹਾ, ਲੋਕ ਆ ਰਹੇ ਆ, ਔਰ ਆਪਣਾ ਰੁਜ਼ਗਾਰ ਦੇ ਸਾਧਨ ਨਵੇਂ ਪੈਦਾ ਹੋ ਰਹੇ। ਰਣਜੀਤ ਸਾਗਰ ਡੈਮ ਹੋਵੇ, ਭਾਵੇਂ ਬਰਾਜ ਪ੍ਰੋਜੈਕਟ ਸ਼ਾਹਪੁਰ ਕੰਡੀ ਹੋਵੇ, ਇਹਨਾਂ ਦੇ ਨਾਲ ਇੱਕ ਕਾਲਾ ਅਧਿਆਇ ਜੁੜਿਆ ਹੋਇਆ ਕਿ ਜਿਹੜੇ ਔਸਤੀ ਪਰਿਵਾਰ ਨੇ ਨਾ ਰਣਜੀਤ ਸਾਗਰ ਡੈਮ ਦੀ ਉਹ ਜਿਹੜੀ ਬਲਾ ਹੈ ਪਿੱਛੇ ਹਟ ਰਹੀ ਹੈ, ਉਹ ਲੋਕ ਲਗਾਤਾਰ ਸੰਘਰਸ਼ 'ਤੇ ਨੇ। ਜੇ ਬਰਾਜ ਪ੍ਰੋਜੈਕਟ ਸ਼ਾਹਪੁਰ ਕੰਡੀ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਔਸਤੀ ਪਰਿਵਾਰ ਨੇ ਲਗਾਤਾਰ ਧਰਨਿਆਂ 'ਤੇ ਨੇ। ਕੀ ਲੱਗਦਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਮੈਂ ਇਹਦੇ ਵਿੱਚ ਸਰਾਸਰ ਜਿਹੜੀ ਹੈ ਰਣਜੀਤ ਸਾਗਰ ਬਾਂਧ ਪਰਿਯੋਜਨਾ ਦੀ ਪ੍ਰਸ਼ਾਸਨ ਦੀ ਜਿਹੜੀ ਹੈ ਉਹ ਬਦਨੀਤੀ ਤੇ ਬੇਈਮਾਨੀ ਕਹਿਣਾ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ 'ਤੇ ਰਣਜੀਤ ਸਾਗਰ ਬਾਂਧ ਪਰਿਯੋਜਨਾ ਵਰਗੀ ਪਰਿਯੋਜਨਾ ਬਣੀ ਔਰ ਜਿਹੜਾ ਆਪਣਾ ਸ਼ਾਹਪੁਰ ਕੰਡੀ ਬੈਰਾਜ ਜਿਹੜਾ ਉਹ ਬਣ ਰਿਹਾ, ਉਹਨਾਂ ਲੋਕਾਂ ਦੇ ਨਾਲ ਸਰਾਸਰ ਅਨਿਆਏ ਹੋਇਆ। ਅਗਰ ਉਹਨਾਂ ਦਾ ਅਧਿਕਾਰ ਬਣਦਾ ਔਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਤਾਂ ਇਸ ਕਰਕੇ ਉਹਨਾਂ ਲੋਕਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਨੌਕਰੀ ਦੇਣੀ ਚਾਹੀਦੀ ਹੈ। ਔਰ ਜਿਹੜੇ ਲੋਕਾਂ ਦਾ ਇਹਦੇ ਵਿੱਚ ਰੋਲ ਹੈ, ਜਿਹੜੇ ਲੋਕ ਪਖੰਡੀ ਹੈਗੇ ਆ, ਜਿਹੜੇ ਲੋਕਾਂ ਨੇ ਪਖੰਡ ਕਰਕੇ ਉਹਨਾਂ ਲੋਕਾਂ ਨੂੰ ਅੱਜ ਤੱਕ ਨੌਕਰੀ ਤੋਂ ਵਾਂਝਿਆ ਰੱਖਿਆ, ਉਹਨਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਵੀ ਇਨਸਾਨ ਦਾ ਮਕਸਦ ਰਾਜਨੀਤੀ ਵਿੱਚ ਆ ਕੇ ਕੁਝ ਕਰਨਾ ਹੁੰਦਾ, ਕੁਝ ਇੱਕ ਉਹਦਾ ਰੋਲ ਮਾਡਲ ਹੁੰਦਾ, ਕੁਝ ਇੱਕ ਏਮ ਹੁੰਦਾ ਕਿ ਰਾਜਨੀਤੀ 'ਚ ਆ ਕੇ ਕਰਨਾ ਕੀ ਹੈ। ਕਹਿੰਦੇ ਤਾਂ ਬੜਾ ਕੁਛ ਹੈ ਸਾਰੇ ਲੀਡਰ, ਤੁਹਾਡਾ ਕੀ ਇੱਕ ਮਕਸਦ ਹੈ? ਤੁਸੀਂ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ ਜਾਂ ਕੀ ਤੁਸੀਂ ਕਰਨ ਦੀ ਇੱਛਾ ਰੱਖਦੇ ਹੋ? ਦੇਖੋ, ਰਾਜਨੀਤੀ ਦੇ ਵਿੱਚ ਸੇਵਾ ਤੇ ਮੈਂ ਲੰਬੇ ਸਮੇਂ ਤੋਂ ਕਰ ਰਿਹਾ। ਸੇਵਾ ਦੇ ਨਾਲ ਨਾਲ ਰਾਜਨੀਤੀ ਇੱਕ ਐਸਾ ਸਾਧਨ ਹੈ ਜਿਹਦੇ ਨਾਲ ਅਸੀਂ ਪਰਿਵਰਤਨ ਕਰ ਸਕਦੇ ਹਾਂ। ਔਰ ਪਰਿਵਰਤਨ ਜਿਹੜਾ ਤਾਂ ਹੀ ਹੋ ਸਕਦਾ ਜੇ ਸਾਡੇ ਕੋਲ ਕੋਈ ਦਾਇਤਵ, ਜਿੱਦਾਂ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਰਿਹਾ ਤਾਂ ਉੱਥੇ ਰਹਿ ਕੇ ਜੋ ਕੰਮ ਹੋ ਸਕਦੇ ਸੀ ਅਸੀਂ ਉਹ ਕੀਤੇ ਆ। ਇਸੇ ਤਰ੍ਹਾਂ ਹੀ ਰਾਜਨੀਤੀ ਮੇਰੇ ਲਈ ਸੇਵਾ ਦਾ ਸਾਧਨ ਹੈ, ਨਾ ਕਿ ਕੋਈ ਵਪਾਰ। ਜਿਸ ਤਰ੍ਹਾਂ ਦੇ ਤੁਸੀਂ ਜਵਾਬ ਦੇ ਰਹੇ ਹੋ, ਮੈਨੂੰ ਲੱਗਦਾ ਕਿ ਇਸ ਵਾਰ ਤੁਸੀਂ ਵੀ ਇੰਟਰਸਟ ਰੱਖਿਆ। ਤੇ ਮੇਰਾ ਸਿੱਧਾ ਸਟ੍ਰੇਟ ਫਾਰਵਰਡ ਸਵਾਲ ਹੈ ਕਿ ਕਿਆ ਇਸ ਵਾਰ ਦਾਅਵੇਦਾਰੀ ਹੈਗੀ ਹੈ ਜਾਂ ਇੰਟਰਸਟਡ ਹੋ ਤੁਸੀਂ ਵਿਧਾਇਕ ਦੀ ਟਿਕਟ ਨੂੰ ਲੈ ਕੇ, ਜੇ ਅਸੀਂ ਹਲਕਾ ਸੁਜਾਨਪੁਰ ਤੋਂ ਗੱਲ ਕਰੀਏ? ਦੇਖੋ, ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹਾਂ ਜੀ, ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰਥਾ ਨਹੀਂ ਹੈ ਕਿ ਅਸੀਂ ਕੋਈ ਆਪਣੀ ਦਾਅਵੇਦਾਰੀ ਰੱਖੀਏ ਜਾਂ ਕੋਈ ਆਪਣੇ ਵੱਲੋਂ ਕੋਈ ਗੱਲ ਕਹੀਏ। ਪਾਰਟੀ ਔਰ ਵਿਚਾਰ ਨੂੰ ਲੈ ਕੇ ਅਸੀਂ ਲੱਗੇ ਹੋਏ ਹਾਂ। ਅਗਰ ਪਾਰਟੀ ਨੂੰ ਲੱਗੇਗਾ, ਸਾਡਾ ਇੱਕ ਪਾਰਲੀਮੈਂਟਰੀ ਬੋਰਡ ਹੁੰਦਾ, ਉਹਨੇ ਤੈਅ ਕਰਨਾ ਹੁੰਦਾ ਵੀ ਟਿਕਟ ਕਿਹਨੂੰ ਦੇਣੀ ਹੈ, ਕਿਹਨੂੰ ਉਹਨਾਂ ਨੇ ਅੱਗੇ ਕਰਨਾ ਹੈ। ਅੱਜ ਤੱਕ ਪਾਰਟੀ ਨੇ ਜਿੱਥੇ ਜਿੱਥੇ ਵੀ ਸਾਨੂੰ ਕੰਮ ਦਿੱਤਾ ਔਰ ਅਸੀਂ ਉੱਥੇ ਸ਼ਿੱਦਤ ਦੇ ਨਾਲ ਕੰਮ ਕੀਤਾ ਔਰ ਮੈਂ ਆਪਣੇ ਮੂੰਹੋਂ ਮੀਆਂ ਮਿੱਠੂ ਮੰਨਣ ਵਾਲੀ ਗੱਲ ਹੈ ਕਿ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ, ਜਿਸ ਦਾਇਤਵ 'ਤੇ ਵੀ ਅਸੀਂ ਰਹੇ ਹਾਂ। ਅੱਗੇ ਵੀ ਜੇ ਪਾਰਟੀ ਕਿਤੇ ਮੌਕਾ ਦੇਗੀ, ਮੈਂ ਉਹੀ ਕਹਿ ਰਿਹਾ ਕਿ ਕਿਆ ਅਗਰ ਪਾਰਟੀ ਕਹਿੰਦੀ ਹੈ ਕਿ ਵਿਪਨ ਜੀ ਤੁਸੀਂ ਇਸ ਵਾਰ ਇਲੈਕਸ਼ਨ ਲੜਨਾ, ਟਿਕਟ ਤੁਹਾਨੂੰ ਦਿੱਤੀ ਜਾਂਦੀ ਹੈ, ਤਿਆਰ ਹੋ? ਦੇਖੋ, ਪਾਰਟੀ ਜਿਹੜਾ ਵੀ ਦਾਇਤਵ ਦੇਗੀ ਉਹਦੇ ਲਈ ਹਮੇਸ਼ਾ ਤਿਆਰ ਹੈ ਜੀ। ਤੁਸੀਂ ਗੱਲ, ਜੇ ਰਾਜਨੀਤਿਕ ਤੌਰ 'ਤੇ ਗੱਲ ਹੋ ਰਹੀ ਹੈ, ਜੇ ਅਸੀਂ ਗੱਲ ਕਰੀਏ ਆਪਣੇ ਇਲਾਕੇ ਦੇ ਆਪਣੇ ਸੰਸਦ ਦੀ, ਸਨੀ ਦਿਓਲ ਹੋਰਾਂ ਦੀ, ਬੜੀ ਦੇਰ ਤੋਂ ਇਹ ਸਵਾਲ ਰਹੇ ਨੇ। ਨੈਸ਼ਨਲ ਮੀਡੀਆ ਹੋਵੇ, ਇੰਟਰਨੈਸ਼ਨਲ ਮੀਡੀਆ ਹੋਵੇ, ਲੋਕਲ ਮੀਡੀਆ ਹੋਵੇ, ਸੋਸ਼ਲ ਮੀਡੀਆ ਹੋਵੇ, ਹਰ ਇੱਕ 'ਤੇ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਲੋਕ ਜਿਹੜੇ ਨੇ, ਜਿਹੜਾ ਲੋਕ ਸਭਾ ਹਲਕਾ ਸਾਡਾ ਗੁਰਦਾਸਪੁਰ ਪਠਾਨਕੋਟ ਹੈ, ਉਹ ਠੱਗੇ ਗਏ ਨੇ। ਸਨੀ ਦਿਓਲ ਹੋਰੀ ਆਏ, ਆਪਣੀ ਹੀਰੋਗਿਰੀ ਦਿਖਾਈ, ਵੋਟਾਂ ਲਈਆਂ ਔਰ ਚਲੇ ਗਏ, ਇਲਾਕੇ ਦਾ ਧਿਆਨ ਨਹੀਂ ਦਿੱਤਾ। ਤਾਂ ਲੋਕ ਕਹਿੰਦੇ ਕਿ ਅਸੀਂ ਫਿਰ ਹੀਰੋ ਨੂੰ ਬਣਾ ਕੇ ਪਛਤਾ ਰਹੇ ਹਾਂ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਨਹੀਂ, ਐਸਾ ਨਹੀਂ ਹੈ। ਪਹਿਲੇ ਸਾਂਸਦ ਸਾਡੇ ਵਿਨੋਦ ਖੰਨਾ ਜੀ, ਉਹ ਵੀ ਹੀਰੋ ਸੀਗੇ ਜੀ, ਔਰ ਉਹਨਾਂ ਨੇ ਬੜੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕੀਤਾ। ਔਰ ਸਨੀ ਦਿਓਲ ਜੀ ਵੀ ਬੜੇ ਸੰਵੇਦਨਸ਼ੀਲ ਵਿਅਕਤੀ ਨੇ, ਲੋਕਾਂ ਦੀ ਭਾਵੁਕਤਾ ਨੂੰ ਦੇਖ ਕੇ ਭਾਵੁਕ ਹੁੰਦੇ ਨੇ। ਔਰ ਅਸੀਂ ਦੇਖਦੇ ਹਾਂ, ਮਤਲਬ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਅਸੀਂ ਸਾਂਸਦ ਕੋਲੋਂ ਜਿਹੜੇ ਆ ਪੰਚਾਇਤ ਵਾਲੇ ਕੰਮ ਜਾਂ ਵਿਧਾਇਕ ਵਾਲੇ ਗਲੀਆਂ ਵਾਲੇ ਕੰਮ ਜਿਹੜੇ ਆ ਉਹ ਕਿਉਂ ਐਕਸਪੈਕਟ ਕਰਦੇ ਹਾਂ। ਸਾਂਸਦ ਦੇ ਕੰਮ ਹੁੰਦੇ ਆ ਵੱਡੇ ਕੰਮ। ਹੁਣ ਤਾਂ ਅਸੀਂ ਪਿਛਲੇ 1.5 ਸਾਲ 2 ਸਾਲ ਕਰੋਨਾ ਕਾਲ ਰਿਹਾ, ਉਸ ਦੇ ਵਿੱਚ ਉਹਨਾਂ ਦੀ ਕਾਰਜਸ਼ੈਲੀ ਨੂੰ ਅਸੀਂ ਦੇਖੀਏ ਕਿ ਉਹਨਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਮਾਸਕ ਭੇਜੇ, ਬਹੁਤ ਸਾਰੀਆਂ ਹਜ਼ਾਰਾਂ ਦੀ ਗਿਣਤੀ ਵਿੱਚ PPE ਕਿੱਟ ਭੇਜੀਆਂ, ਔਰ ਦਰਜਨਾਂ ਜਿਹੜੇ ਆ ਉਹ ਆਕਸੀਜਨ ਵੈਂਟੀਲੇਟਰ ਭੇਜੇ। ਔਰ ਇਸ ਦੇ ਨਾਲ ਨਾਲ ਹੀ ਉਹਨਾਂ ਨੇ
ਵੈਲ ਇਕਵਿਪਮੈਂਟ ਜਿਹੜੇ ਉਹਦੇ ਨਾਲ ਜਿਹੜੀ ਉਹ ਐਂਬੂਲੈਂਸ ਜਿਹੜੀ ਆ ਉਹ ਪਠਾਨਕੋਟ ਦੇ ਵਿੱਚ ਔਰ ਸਾਰੇ ਬਟਾਲੇ ਵੀ ਦਿੱਤੀ ਔਰ ਆਲੇ ਦੁਆਲੇ ਸਾਰੇ ਹੀ ਜਿਹੜੇ ਵਿਧਾਨ ਸਭਾ ਖੇਤਰ ਨੇ ਉਹਨਾਂ ਨੇ ਐਂਬੂਲੈਂਸਾਂ ਜਿਹੜੀਆਂ ਮਤਲਬ ਜਿਹੜੀ ਜਿਹਨੂੰ ਅਸੀਂ ਕਹਿ ਦਿੰਦੇ ਆਧੁਨਿਕ ਬਿਲਕੁਲ ਆਧੁਨਿਕ ਐਡਵਾਂਸਡ ਜਿਹੜੀਆਂ ਐਂਬੂਲੈਂਸਿਸ ਜਿਹਦੇ ਵਿੱਚ ਸਾਰਾ ਕੁਝ ਜਿਹੜਾ ਸੀਗਾ ਉਹ ਦਿੱਤੀਆਂ। ਇਹ ਸੰਸਦ ਦੇ ਕੰਮ ਨੇ ਔਰ ਅਸੀਂ ਦੇਖਦੇ ਹਾਂ ਹੁਣ ਬੜੇ ਦਾਅਵੇ ਕੀਤੇ ਜਾ ਰਹੇ ਆ। ਸਾਡੇ ਪਠਾਨਕੋਟ ਦੇ ਵਿਧਾਇਕ ਜਿਹੜੇ ਅਮਿਤ ਵਿਜ ਜੀ ਉਹ ਕੇਂਦਰ ਦੇ ਕੰਮਾਂ ਨੂੰ ਹੁਣ ਐਲੀਵੇਟਡ ਲਾਈਨ ਦਾ ਰੇਲਵੇ ਦਾ ਕੰਮ ਹੋ ਰਿਹਾ, ਨੈਰੋ ਗੇਜ ਵਾਲਾ ਕੰਮ ਹੋ ਰਿਹਾ। ਮੈਨੂੰ ਦੱਸਣ ਉਹ ਵੀ ਉਹਨਾਂ ਦਾ ਜਿਹੜਾ ਰੇਲਵੇ ਮੰਤਰੀ ਹੈ ਕੌਣ ਹੈ, ਉਹ ਫਟਾਫਟ ਦਾਅਵਾ ਕਰ ਦਿੰਦੇ ਅਸੀਂ ਕਰਾ ਰਹੇ ਹਾਂ ਜੀ। ਪੰਜਾਬ ਦੇ ਵਿੱਚ ਰੇਲਵੇ ਮੰਤਰੀ ਹੁੰਦਾ ਹੀ ਨਹੀਂ। ਕੇਂਦਰ ਦੇ ਰੇਲਵੇ ਮੰਤਰੀ ਜਿਹੜੇ ਨੇ ਉਹਨਾਂ ਦੇ ਨਾਲ ਸਾਡੇ ਸਾਂਸਦ ਜਿਹੜੇ ਨੇ ਉਹ ਲਗਾਤਾਰ ਟੱਚ 'ਚ ਨੇ। 300 ਤੋਂ ਵੱਧ ਲੋਕ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਫਸੇ ਦੇ ਹੀ, ਜਿਨ੍ਹਾਂ ਨੂੰ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਸਾਡੇ ਸਾਂਸਦ ਸਨੀ ਦਿਓਲ ਜੀ ਨੇ ਮਤਲਬ ਉਹਨਾਂ ਦੇ ਮਾਂ-ਬਾਪ ਨਾਲ ਮਿਲਾਇਆ ਔਰ ਦਰਜਨਾਂ ਜਿਹੜੇ ਡੈੱਡ ਬੋਡੀਜ਼ ਜਿਹੜੀਆਂ ਜਿਹੜੇ ਉੱਥੇ ਕੰਮ ਕਰਦੇ ਹੋਏ ਜਿਨ੍ਹਾਂ ਦੀ ਜਾਨ ਚਲੀ ਗਈ, ਉਹ ਲੋਕ ਜਿਹੜੇ ਆ ਉਹਨਾਂ ਨੇ ਇੱਥੇ ਵਾਪਸ ਬੁਲਾਇਆ। ਤੁਹਾਡੀ ਨਜ਼ਰ ਦੇ ਵਿੱਚ ਐਕਟਿਵ ਨੇ ਸਰ ਇੱਥੇ ਹੀ ਬਸ ਨਹੀਂ, ਬਹੁਤ ਸਾਰੇ ਕੰਮ ਜਿਹੜੇ ਹੁਣ ਦੇਖੋ ਆਪਣਾ ਹਰਿਆਲ ਤੋਂ ਦਨੇਰਾ ਦਾ ਜਿਹੜਾ ਰੋਡ ਬਣ ਰਿਹਾ, ਇਹ ਸਾਂਸਦ ਸਨੀ ਦਿਓਲ ਜੀ ਦੀ ਦੇਣ ਹੈ। ਫਿਰ ਇੱਕ ਇੱਥੇ NSG ਕਮਾਂਡੋ ਸੈਂਟਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਪਾਈਪਲਾਈਨ 'ਚ ਹੈ, ਮੈਂ ਅੱਜ ਦੱਸ ਰਿਹਾ, ਕੱਲ ਨੂੰ ਇਹ ਹੋਣਾ, ਠੀਕ ਹੈ ਜੀ। ਉਹ NSG ਕਮਾਂਡੋ ਸੈਂਟਰ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਬਣਨ ਜਾ ਰਿਹਾ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਨੀ ਦਿਓਲ ਜੀ ਲਗਾਤਾਰ ਜਿਹੜੇ ਉਹ ਕਰ ਰਹੇ ਨੇ। ਮਤਲਬ ਸਨੀ ਦਿਓਲ ਜੀ ਦਾ ਕੰਮ ਹੈ ਦਿੱਲੀੋਂ ਲਿਆਉਣਾ ਔਰ ਉਹ ਦਿੱਲੀ ਬੈਠ ਕੇ ਲਗਾਤਾਰ ਇਸ ਦੇ ਵਿੱਚ ਲੱਗੇ ਹੋਏ ਨੇ ਔਰ ਉਹਨਾਂ ਦੇ ਪ੍ਰਤੀਨਿਧੀ ਇੱਥੇ ਬੈਠੇ ਨੇ। ਜਿਹੜੀ ਵੀ ਗੱਲ ਹੁੰਦੀ ਆ ਅਸੀਂ ਉਹਨਾਂ ਤੱਕ ਪਹੁੰਚਾਉਂਦੇ ਆ ਔਰ ਉਹ ਸਾਡਾ ਕੰਮ ਕਰਦੇ ਨੇ। ਐਸਾ ਕੋਈ ਨਹੀਂ ਹੈਗਾ ਵੀ ਮਤਲਬ ਹੁਣ ਚੁੱਪ ਬੈਠੇ ਨੇ, ਐਸਾ ਕਿਤੇ ਨਹੀਂ ਹੈਗਾ। ਇੱਕ ਦੇਖੋ ਇੱਕ ਛੋਟੀ ਜਿਹੀ ਗੱਲ ਹੋਰ, 1.5 ਸਾਲ ਕਰੋਨਾ ਕਾਲ ਰਿਹਾ, 2 ਸਾਲ ਤੇ 1.5-2 ਸਾਲ ਕਰੋਨਾ ਕਾਲ ਦੇ ਵਿੱਚ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਿਆ ਤੇ ਅਸੀਂ ਉਹਨਾਂ ਕੋਲੋਂ ਕਿਉਂ ਐਕਸਪੈਕਟ ਕਰਦੇ ਹਾਂ ਕਿ ਉਹ ਵੀ ਆ ਕੇ ਜਿਹੜਾ ਉਹ ਪਬਲਿਕ ਦੇ ਵਿੱਚ ਆਉਣ ਜਾਂ ਗਲੀ ਲੋਕ ਚਾਹੁੰਦੇ ਨੇ। ਹਾਂ ਜੀ ਯਾਰ ਪੋਲੀਟੀਕਲ ਗੱਲਾਂ ਹੋ ਰਹੀਆਂ ਨੇ ਵਿਪਨ ਜੀ। ਆਸਾਨ ਬਹੁਤ ਹੈ ਇਹ ਕਹਿ ਦੇਣਾ ਕਿ ਮੈਨੂੰ ਪਾਵਰ ਮਿਲ ਜਾਵੇ ਤੇ ਮੈਂ ਇਹ ਕਰ ਦਿਆਂਗਾ, ਮੈਨੂੰ ਤੁਸੀਂ ਲੀਡਰ ਬਣਾ ਦਿਓ ਮੈਂ ਉਹ ਕਰ ਦਿਆਂਗਾ, ਮੈਂ ਫਲਾਣਾ ਰੋਜ਼ਗਾਰ ਲੈ ਆਵਾਂਗਾ, ਫਲਾਣੀ ਇੰਡਸਟਰੀ ਲੈ ਆਵਾਂਗਾ। ਪਰ ਜੇ ਕਿਸੇ ਨੂੰ ਪੁੱਛਿਆ ਜਾਏ ਬਲੂ ਪ੍ਰਿੰਟ ਕਿ ਕਰਾਂਗੇ ਕਿੱਦਾਂ, ਪੋਸੀਬਿਲਿਟੀ ਕੀ ਹੈ, ਉਹ ਕੋਈ ਨਹੀਂ ਬੋਲਦਾ। ਇਹਦੇ ਬਾਰੇ ਕੀ ਕਹਿਣਾ? ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਆ, ਸਾਡਾ ਖਵਾਨੇ ਦੇ ਵਿੱਚ ਇੰਡਸਟਰੀ ਗਰੋਥ ਸੈਂਟਰ ਹੈ। ਜੀ ਬਿਲਕੁਲ। ਇੰਡਸਟਰੀਅਲ ਗਰੋਥ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਇੰਡਸਟਰੀ ਜਿਹੜੀਆਂ ਸਮਾਲ ਸਕੇਲ ਇੰਡਸਟਰੀਜ਼ ਉਹ ਲਿਆਂਦੀਆਂ ਜਾ ਸਕਦੀਆਂ। ਮੇਨ ਇੰਡਸਟਰੀ ਜਿਸ ਤਰ੍ਹਾਂ ਪੈਪਸੀ ਆਈ ਹੈ, ਇਸ ਤਰ੍ਹਾਂ ਦੀਆਂ ਇੰਡਸਟਰੀ ਵੀ ਜਿਹੜੀਆਂ ਨੇ ਉਹ ਲਿਆਂਦੀਆਂ ਜਾ ਸਕਦੀਆਂ। ਪਰ ਉਹਦੇ ਵਿੱਚ ਇੱਕ ਸ਼ਰਤ ਜਿਹੜੀ ਆ ਉਹ ਮੈਂ ਚਾਹੁੰਦਾ ਕਿ ਉਹਦੇ ਵਿੱਚ ਇਹ ਸ਼ਰਤ ਹੋਵੇ ਇੱਕ ਕਿ ਜਿਹੜਾ ਰੁਜ਼ਗਾਰ ਹੈ ਉਹ ਲੋਕਲ ਲੋਕਾਂ ਨੂੰ ਦਿੱਤਾ ਜਾਏ, ਲੋਕਲ ਬੰਦਿਆਂ ਨੂੰ ਦਿੱਤਾ ਜਾਏ ਪ੍ਰਾਥਮਿਕਤਾ ਦੇ ਆਧਾਰ 'ਤੇ, ਠੀਕ ਹੈ ਜੀ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਸਾਡਾ ਧਾਰ ਦਾ ਏਰੀਆ ਜਿਹੜਾ ਸੈਮੀ ਹਿਲ ਏਰੀਆ, ਇੱਥੇ ਹਰਬਲ ਪਲਾਂਟਸ ਜਿਹੜੇ ਉਹ ਲੱਗ ਸਕਦੇ ਆ, ਹਰਬਲ ਖੇਤੀ ਹੋ ਸਕਦੀ ਆ ਔਰ ਇਹਦੇ ਵਿੱਚ ਹਰਬਲ ਖੇਤੀ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਉਹ ਯੋਗਦਾਨ ਹੋ ਸਕਦਾ। ਸਿੱਖਿਆ ਦੇ ਮਿਆਰ ਉੱਚਾ ਉਠਾਉਣ ਦੇ ਲਈ ਅਸੀਂ ਦੇਖਦੇ ਹਾਂ ਕਿ ਅੱਜ ਪ੍ਰਾਈਵੇਟ ਸੈਕਟਰ ਦੇ ਵਿੱਚ ਐਜੂਕੇਸ਼ਨਲ ਹੱਬ ਬਣ ਰਿਹਾ ਸਾਡਾ ਏਰੀਆ, ਤਾਂ ਕਿਆ ਇੱਥੇ ਸਰਕਾਰੀ ਕਾਲਜ ਨਹੀਂ ਖੁੱਲ੍ਹ ਸਕਦੇ? ਕਿਆ ਇੱਥੇ ਮੈਡੀਕਲ ਕਾਲਜ ਨਹੀਂ ਲਿਆਂਦਾ ਜਾ ਸਕਦਾ? ਸਾਡਾ ਅੱਜ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰਯਾਸ ਕੀਤਾ ਕਿ ਜਿਹੜਾ ਸਾਡਾ ਇੱਥੇ CBSE ਦਾ ਇੱਕ ਮਾਤਰ ਸਕੂਲ ਹੈ ਉਸ ਨੂੰ +2 ਤੱਕ ਅਪਗ੍ਰੇਡ ਕੀਤਾ, ਜਿਹੜਾ 32 ਸਾਲ ਦੇ ਬਾਅਦ 8ਵੀਂ ਤੋਂ +2 ਤੱਕ ਅਪਗ੍ਰੇਡ ਕਰਾਇਆ ਸੀ, ਠੀਕ ਹੈ। ਇਸੇ ਤਰ੍ਹਾਂ ਦੇ ਜਿਹੜੇ ਹੋਰ ਬਹੁਤ ਸਾਰੇ ਪ੍ਰੋਜੈਕਟ ਹੈ ਉਹ ਪਾਈਪਲਾਈਨ ਦੇ ਵਿੱਚ ਮੇਰੇ ਬ੍ਰੇਨ ਦੇ ਵਿੱਚ। ਮੈਂ ਇੰਟਰਪਟ ਕਰ ਰਿਹਾ, ਉਹ ਇੱਕ ਮਾਤਰ ਸਕੂਲ ਪੰਜਾਬ ਦਾ CBSE ਜਿਹੜਾ ਸਰਕਾਰੀ ਸਕੂਲ ਹੈ। ਸਾਡੀ ਇੱਕ TNN ਦੀ ਇੱਕ ਅਪੀਲ ਹੈ ਕਿ ਇਸ ਤਰ੍ਹਾਂ ਦੀ ਬ੍ਰਾਂਚਿਸ ਸਾਡੇ ਜ਼ਿਲ੍ਹੇ ਦੇ ਵਿੱਚ ਹੋਰ ਬਣਨੀਆਂ ਚਾਹੀਦੀਆਂ। ਤੁਹਾਡਾ ਕੀ ਕਹਿਣਾ? ਮੈਂ ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ HRD ਮਿਨਿਸਟਰੀ ਨੂੰ ਲਿਖਿਆ ਹੈ ਕਿ ਸਾਡੇ ਇਸ ਏਰੀਆ ਦੇ ਵਿੱਚ ਕੇਂਦਰੀ ਵਿਦਿਆਲੇ ਖੋਲ੍ਹਿਆ ਜਾਏ ਜਾਂ ਜਿੱਦਾਂ ਜਿਹੜੇ ਆਪਣਾ ਇੱਕ ਹੋਰ ਵਿਦਿਆਲੇ ਹੁੰਦੇ, ਮੈਂ ਨਾਂ ਭੁੱਲ ਰਿਹਾ ਉਹਨਾਂ ਦਾ, ਸੈਨਿਕ ਸਕੂਲ ਜਿਹੜੇ ਆ ਉਹ ਸਾਨੂੰ ਦਿੱਤੇ ਜਾਣ, ਜਾਂ ਨਵੋਦਯ ਵਿਦਿਆਲੇ ਜਿਹੜਾ ਜਵਾਹਰ ਨਵੋਦਯ ਵਿਦਿਆਲੇ ਜਿਹੜਾ ਉਹ ਸਾਡੇ ਧਾਰ ਦੇ ਏਰੀਏ ਦੇ ਵਿੱਚ ਉਹ ਖੋਲ੍ਹਿਆ ਜਾਏ। ਔਰ ਇਹ ਡਿਮਾਂਡ ਮੇਰੀ HRD ਮਿਨਿਸਟਰੀ ਨੂੰ ਮੈਂ ਬਹੁਤ ਦੇਰ ਪਹਿਲੇ ਪੱਤਰਾਚਾਰ ਮੈਂ ਤੁਹਾਨੂੰ ਦਿਖਾਏ ਵੀ ਹੈ। ਬਿਲਕੁਲ ਤੁਸੀਂ ਮੈਂ ਇਸ ਦੇ ਬਾਰੇ ਪੱਤਰਾਚਾਰ ਕਰ ਰਿਹਾ ਔਰ ਮੇਰੀ ਇਹ ਵੀ ਮੰਗ ਹੈ ਕਿ ਇਸ ਏਰੀਏ ਦੇ ਵਿੱਚ ਲੜਕੀਆਂ ਦੇ ਲਈ
ਵੱਡੇ ਕਾਲਜ ਖੋਲ੍ਹੇ ਜਾਣ ਜਿਹੜੇ ਕਿ ਤਕਨੀਕੀ ਪੋਲੀਟੈਕਨੀਕਲ ਕਾਲਜ ਜਿਹੜੇ ਹੋਣ, ਤਕਨੀਕੀ ਕਾਲਜ ਹੋਣ, ਜਿਨ੍ਹਾਂ ਦੇ ਨਾਲ ਇਸ ਏਰੀਏ ਦੇ ਬੱਚੇ ਜਿਹੜੇ ਆ ਉਹ ਰੁਜ਼ਗਾਰ ਦੇ ਸਵੈ ਰੁਜ਼ਗਾਰ ਵਾਲੇ ਪਾਸੇ ਜ਼ਿਆਦਾ। ਦੇਖੋ ਸਰਕਾਰੀ ਜੌਬ ਜਿਹੜੀ ਹੈ ਉਹ ਸਾਰੀ 3% ਹੈ ਤੇ ਜਿਹੜਾ ਜਦ ਤੱਕ ਸਵੈ ਰੁਜ਼ਗਾਰ ਵਾਲੇ ਪਾਸੇ ਅਸੀਂ ਨਹੀਂ ਤੁਰਾਂਗੇ ਉਨੀ ਦੇਰ ਤੱਕ ਇਸ ਇਲਾਕੇ ਦਾ ਭਲਾ ਹੋਣਾ ਜਿਹੜਾ ਉਹ ਮੁਸ਼ਕਿਲ ਹੈ। ਔਰ ਮੇਰੀ ਇਹ ਵੀ ਇੱਕ ਮੇਰੇ ਮਨ ਦੇ ਵਿੱਚ ਹੈ ਕਿ ਇਸ ਏਰੀਏ ਦੇ ਵਿੱਚ ਮੈਡੀਕਲ ਕਾਲਜ ਔਰ ਸਿਹਤ ਸੁਵਿਧਾਵਾਂ ਜਿਹੜੀਆਂ ਉਹਨਾਂ ਦਾ ਇੱਕ, ਕਿਉਂਕਿ ਇੱਥੇ ਜੇ ਅਗਰ ਮੈਡੀਕਲ ਕਾਲਜ ਖੁੱਲ੍ਹਦਾ ਹੈ ਤਾਂ ਉਹ 3 ਸਟੇਟਾਂ ਨੂੰ ਫੀਡ ਕਰੇਗਾ। ਬਿਲਕੁਲ ਠੀਕ ਹੈ, ਉਹਦੇ ਨਾਲ ਐਟਮੋਸਫੇਅਰ ਵੀ ਬਿਲਕੁਲ ਪਰਿਆਵਰਨ ਸਾਡਾ ਜਿਹੜਾ ਕਮਾਲ ਦਾ ਹੈ। ਔਰ 3 ਸਟੇਟਾਂ ਨੂੰ, ਪੰਜਾਬ ਨੂੰ, JNK ਨੂੰ ਔਰ ਹਿਮਾਚਲ ਨੂੰ, 3 ਸਟੇਟਾਂ ਦੇ ਮਰੀਜ਼ ਜਿਹੜੇ ਆ ਉਹਦੀਆਂ ਸੁਵਿਧਾਵਾਂ ਦਾ ਲਾਭ ਉਠਾ ਸਕਣਗੇ। ਇਸ ਤਰ੍ਹਾਂ ਦੀ ਕਈ ਗੱਲਾਂ ਮੇਰੇ ਮਨ 'ਚ ਹੈਗੀਆਂ। ਜਿਸ ਤਰ੍ਹਾਂ ਹੁਣ ਆਪਾਂ ਰਣਜੀਤ ਸਾਗਰ ਬਾਂਧ ਪਰਿਯੋਜਨਾ ਦੀ ਗੱਲ ਕਰੀਏ ਤਾਂ ਅੱਜ ਤੋਂ ਲਗਭਗ 10-15 ਸਾਲ ਪਹਿਲੇ ਇਹ ਮਨ ਦੇ ਵਿੱਚ ਗੱਲ ਆਈ ਸੀ ਕਿ ਇੱਥੇ ਇਹ ਇੱਕ ਵੱਡੀ ਇੰਡਸਟਰੀਅਲ ਹੱਬ ਸਾਬਤ ਹੋ ਸਕਦੀ ਹੈ। ਔਰ ਇਸੇ ਤਰ੍ਹਾਂ ਹੁਣ ਦੇਖੋ ਥੜਾ ਉੱਪਰਲਾ ਕਲੋਨੀ ਆ, ਥੜਾ ਉੱਪਰਲਾ ਕਲੋਨੀ ਦੇ ਵਿੱਚ ਮੈਂ ਡਿਮਾਂਡ ਕੀਤੀ ਹੈ ਆਪਣਾ ਜਿਹੜਾ ਜਲ ਔਰ ਸੰਸਾਧਨ ਮੰਤਰਾਲੇ ਔਰ ਸਾਡਾ ਜਿਹੜਾ ਜਹਾਜ਼ਰਾਨੀ ਵਿਭਾਗ ਹੈ ਉਹਨਾਂ ਨੂੰ ਇਹ ਮੈਂ ਡਿਮਾਂਡ ਕੀਤੀ ਹੈ ਕਿ ਇੱਥੇ ਜਿਹੜੀ ਹੈ ਉਹ ਨੇਵਲ ਅਕੈਡਮੀ ਖੋਲ੍ਹੀ ਜਾਏ। ਨੇਵੀ ਦੀ ਅਕੈਡਮੀ ਇੱਕ ਇਸ ਏਰੀਏ ਦੇ ਵਿੱਚ ਟ੍ਰੇਨਿੰਗ ਸੈਂਟਰ ਅਗਰ ਖੁੱਲ੍ਹਦਾ ਹੈ, ਟ੍ਰੇਨਿੰਗ ਸੈਂਟਰ ਅਗਰ ਖੁੱਲ੍ਹਦਾ ਹੈ ਤਾਂ ਉਹ ਇੱਕ ਵੱਡਾ ਜਿਹੜਾ ਉਹ ਹੋ ਸਕਦਾ। ਇੱਥੇ ਨੇਵੀ ਦੇ ਲਈ ਸਾਡੇ ਸਟੂਡੈਂਟਸ ਜਿਹੜੇ ਇਸ ਏਰੀਏ ਦੇ ਸਾਡੇ, ਤੁਸੀਂ ਦੇਖਦੇ ਹੋ, ਅਸੀਂ ਦੇਖਦੇ ਹਾਂ, ਔਰ ਆਰਮੀ ਦਾ ਔਰ ਨੇਵੀ ਦਾ ਸਾਡੇ ਇਸ ਏਰੀਏ ਦੇ ਵਿੱਚ ਬੱਚਿਆਂ ਦਾ ਬਹੁਤ ਇੰਟਰਸਟ ਹੈ, ਕਰੇਜ਼ ਬਹੁਤ ਹੈ ਕਿ ਅਸੀਂ ਉਹਦੇ ਵਿੱਚ ਜਾਈਏ। ਔਰ ਮੈਕਸਿਮਮ ਬੱਚੇ ਜਿਹੜੇ ਆ ਉਹ ਆਰਮੀ ਦੇ ਵਿੱਚ ਜਾਂ ਹੋਰ ਜਿਹੜੀਆਂ ਸਾਡੀਆਂ ਬੈਲਟ ਫੋਰਸਿਸ ਆ ਉਹ 'ਚ ਜਾਂਦੇ ਨੇ। ਔਰ ਮੇਰੇ ਮਨ ਦੇ ਵਿੱਚ ਇਹ ਇੱਛਾ ਹੈ ਕਿ ਇਸ ਏਰੀਏ ਦੇ ਵਿੱਚ ਆਰਮੀ ਦਾ ਸੈਂਟਰ ਜਿਹੜਾ ਹੈ, ਟ੍ਰੇਨਿੰਗ ਸੈਂਟਰ, ਜਿਸ ਤਰ੍ਹਾਂ ਨੇਵਲ ਦਾ ਮੈਂ ਵਾਸਤੇ ਗੱਲ ਕੀਤੀ ਹੈ, ਇਸੇ ਤਰ੍ਹਾਂ ਆਰਮੀ ਦਾ ਹੀ ਟ੍ਰੇਨਿੰਗ ਸੈਂਟਰ ਜਿਹੜਾ ਉਹ ਸਰਕਾਰੀ ਤੌਰ ਤੇ ਖੋਲ੍ਹਿਆ ਜਾਏ ਔਰ ਬੱਚਿਆਂ ਨੂੰ ਟ੍ਰੇਨ ਕਰਕੇ ਦੇਸ਼ ਸੇਵਾ ਲਈ ਉਹ ਭੇਜਿਆ ਜਾਏ ਤਾਂ ਕਿ ਉਹ ਇਸ ਦੇਸ਼ ਦਾ ਔਰ ਇਸ ਇਲਾਕੇ ਦਾ ਨਾਂ ਜਿਹੜਾ ਉਹ ਰੋਸ਼ਨ ਕਰ ਸਕਣ। ਬਹੁਤ ਸਾਰੀਆਂ ਗੱਲਾਂ ਹੋਰ ਜਿਹੜੀਆਂ ਮੇਰੇ ਮਨ 'ਚ ਨੇ, ਜਿਹੜੀਆਂ ਸਮੇਂ-ਸਮੇਂ 'ਤੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਂਗਾ। ਬਿਲਕੁਲ। ਔਰ ਵਿਪਨ ਜੀ, ਇੱਕ ਸਵਾਲ ਮੇਰਾ ਹੋ ਰਿਹਾ, ਕਿਉਂਕਿ ਰਾਜਨੀਤਿਕ ਮੁੱਦਿਆਂ 'ਤੇ ਗੱਲ ਹੋ ਰਹੀ ਹੈ ਇਸ ਵੇਲੇ ਕੇਂਦਰ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਵੱਡਾ ਸਵਾਲ ਬਣੀ ਬੈਠਾ ਹੈ ਕਿਸਾਨ ਅੰਦੋਲਨ। ਯੂਪੀ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਪਿਛਲੇ ਕੱਲ੍ਹ ਕੀ ਹੋਇਆ, ਅਸੀਂ ਉਹਦੇ ਵਿੱਚ ਨਹੀਂ ਜਾਵਾਂਗੇ, ਕੀ ਹੈ ਕੀ ਨਹੀਂ ਉਹ ਬਾਅਦ ਦੇ ਵਿੱਚ ਨਜ਼ਰ ਆਏਗਾ। ਪਰ ਇਸ ਵੇਲੇ ਕਿਸਾਨ ਅੰਦੋਲਨ ਦਾ ਬੀਜੇਪੀ ਨੂੰ ਕਿੰਨਾ ਕੁ ਫਾਇਦਾ, ਕਿੰਨਾ ਕੁ ਨੁਕਸਾਨ, ਜਾਂ ਤੁਹਾਡੀ ਨਜ਼ਰ ਦੇ ਵਿੱਚ ਅੰਦੋਲਨ ਇਸ ਵੇਲੇ ਕੀ ਹੈ? ਦੇਖੋ, ਜਿਹੜਾ ਅਸੀਂ ਸਾਰੇ ਕਿਸਾਨਾਂ ਦੇ ਨਾਲ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਿਸਾਨ ਹਿਤੈਸ਼ੀ ਪਾਰਟੀ ਹੈ ਔਰ ਕਿਸਾਨਾਂ ਦੇ ਨਾਲ ਖੜੀ ਪਾਰਟੀ ਹੈ। ਲੇਕਿਨ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ, ਤੁਸੀਂ ਸਵਾਲ ਕੀਤਾ ਕਿਸਾਨ ਬਿੱਲਾਂ ਦਾ, ਕਿਸਾਨ ਅੰਦੋਲਨ ਦਾ। ਕਿਸਾਨ ਬਿੱਲ ਜਿਹੜੇ ਆ ਉਹ ਕਿਸਾਨਾਂ ਦੇ ਹੱਕ 'ਚ ਨੇ ਔਰ ਪਿਛਲੇ 2-3 ਫਸਲਾਂ ਜਿਹੜੀਆਂ ਨੇ ਉਹ ਉਸ ਤੋਂ ਬਾਅਦ ਨਿਕਲ ਚੁੱਕੀਆਂ ਔਰ ਕਿਸਾਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ। ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਦੇ ਨਾਲ ਨਾ ਹੁੰਦੇ ਤਾਂ ਕਿਸਾਨਾਂ ਦੇ ਖਾਤੇ ਦੇ ਵਿੱਚ 6-6 ਹਜ਼ਾਰ ਰੁਪਏ ਸਿੱਧਾ ਨਾ ਆ ਰਿਹਾ ਹੁੰਦਾ। ਜੇ ਨਰਿੰਦਰ ਭਾਈ ਮੋਦੀ ਜੀ ਕਿਸਾਨਾਂ ਦੇ ਨਾਲ ਨਾ ਹੁੰਦੇ ਤਾਂ ਕਿਸਾਨਾਂ ਦੀ ਜਿਹੜੀ ਡਾਇਆ ਦਾ ਜਿਹੜਾ ਰੇਟ ਹੈ ਉਹ 2400 ਰੁਪਇਆ ਹੋ ਗਿਆ ਸੀਗਾ, 1200 ਰੁਪਏ ਸਬਸਿਡੀ ਨਾ ਦਿੰਦੇ। ਅਗਰ ਇਹ ਕਿਸਾਨਾਂ ਦਾ ਜਿਹੜਾ ਇਹ ਕ੍ਰਿਸ਼ੀ ਕਾਨੂੰਨ ਜਿਹੜੇ ਆ ਅਗਰ ਇਹ ਮਾੜੇ ਆ ਤਾਂ ਇਹਦਾ ਮਤਲਬ ਹੈ ਕਿ ਪਿਛਲੇ ਕ੍ਰਿਸ਼ੀ ਕਾਨੂੰਨ ਚੰਗੇ ਸੀਗੇ। ਜੇ ਉਹ ਕਾਨੂੰਨ ਚੰਗੇ ਸੀਗੇ ਤਾਂ ਕਿਸਾਨ ਬਾਰ-ਬਾਰ ਆਤਮ ਹੱਤਿਆ ਕਿਉਂ ਕਰਦਾ ਸੀਗਾ? ਕਿਉਂ ਕਿਸਾਨ ਆਤਮ ਹੱਤਿਆ ਕਰਦਾ? ਪੁਰਾਣਾ ਮਸਲਾ ਕੀ ਕਿਸਾਨ ਆਤਮ ਹੱਤਿਆ ਕਰਦੇ ਆ ਰਹੇ। ਦੇਖੋ, ਕਿਸਾਨ ਨੇਤਾਵਾਂ ਦੀ ਲੰਬੇ ਸਮੇਂ ਤੋਂ ਇਹ ਡਿਮਾਂਡ ਚੱਲੀ ਆ ਰਹੀ ਸੀ ਕਿ ਸਵਾਮੀਨਾਥਨ ਦੀਆਂ ਰਿਪੋਰਟ ਜਿਹੜੀ ਲਾਗੂ ਕੀਤੀ ਜਾਏ ਔਰ ਇਹ ਲਗਭਗ ਉਹੀ ਰਿਪੋਰਟ ਹੈ। ਠੀਕ ਹੈ, ਅੱਜ ਕਿਸਾਨ ਨੂੰ ਨਵਾਂ ਬਾਜ਼ਾਰ ਮਿਲਿਆ। ਮੈਂ ਪਿਛਲੇ ਦਿਨਾਂ ਦਾਅਵੇ ਨਾਲ ਕਹਿ ਸਕਦਾ ਕਿ ਪਿਛਲੇ ਦਿਨਾਂ ਜਿਹੜੀ ਸਰਸੋਂ ਹੈ ਉਹ 3500 ਤੋਂ 4500 ਰੁਪਏ ਰੇਟ ਸੀ। 6500 ਤੋਂ 8000 ਰੁਪਏ ਤੱਕ ਦਾ ਰੇਟ ਜਿਹੜਾ ਹੈ ਉਹ ਖੁੱਲ੍ਹੀ ਮੰਡੀ ਦੇ ਵਿੱਚ ਕਿਸਾਨਾਂ ਨੂੰ ਮਿਲਿਆ। ਤੇ ਕਿਸਾਨ ਇਹ ਜਿਹੜੇ ਸਾਰੇ ਕਾਨੂੰਨ ਨੇ ਇਹ ਕ੍ਰਿਸ਼ੀ ਕਾਨੂੰਨ ਜਿਹੜੇ ਕਿਸਾਨਾਂ ਦੇ ਹੱਕ 'ਚ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸਾਨਾਂ ਨੂੰ ਸਮਝ ਆ ਜਾਏਗੀ। ਹੁਣ ਅਸੀਂ ਦੇਖਦੇ ਹਾਂ ਜਿਹੜਾ ਇਹ ਅੰਦੋਲਨ ਹੈ ਹੁਣ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ, ਇਹਨੂੰ ਕਿਸਾਨ ਅੰਦੋਲਨ ਦੇ ਨਾਂ 'ਤੇ ਹੈਕ ਕਰ ਲਿਆ ਗਿਆ ਔਰ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਕੜਮਾਸੇ 'ਚ ਸ਼ਾਮਲ ਹੋ ਗਈਆਂ। ਕਦੇ ਕਾਮਰੇਡ,
ਕਦੇ ਕਾਂਗਰਸੀ, ਕਦੇ ਆਪ ਵਾਲੇ, ਕਦੇ ਗਰਮਦਲੀ, ਉਹ ਸਾਰੇ ਜਿਹੜੇ ਆ ਤੁਸੀਂ ਆਲੇ ਵਾਲੇ ਦੇਖੋ ਲੋਕਤੰਤਰ ਦੇ ਵਿੱਚ ਕਿਤੇ ਵੀ ਹਿੰਸਾ ਦੀ ਜਗ੍ਹਾ ਨਹੀਂ ਹੈਗੀ। ਅਸੀਂ ਦੇਖਦੇ ਹਾਂ ਕਿ ਸਾਡੇ ਵਿਧਾਇਕ ਸ਼੍ਰੀ ਅਰੁਣ ਨਾਰੰਗ ਜੀ ਦੇ ਨਾਲ ਇਹਨਾਂ ਨੇ ਜੋ ਉਹਨਾਂ ਦੇ ਕੱਪੜੇ ਫਾੜੇ ਜਾਂ ਸਾਡੇ ਵਿਧਾਇਕਾਂ ਤੇ ਸਾਡੇ ਪ੍ਰਦੇਸ਼ ਅਧਿਕਸ਼ ਜੀ ਤੇ ਸਾਡੇ ਲੋਕਾਂ ਤੇ ਜਿਹੜੇ ਹਮਲੇ ਹੋ ਰਹੇ ਨੇ, ਕਿਆ ਇਹ ਕਿਸਾਨ ਐਸਾ ਕਰ ਸਕਦਾ? ਕਿਸਾਨ ਤਾਂ ਖੇਤ ਦੇ ਵਿੱਚ ਲੱਗਾ। ਇਹ ਲੋਕ ਜਿਹੜੇ ਆ ਹੁਣ ਹੋ ਕੀ ਰਿਹਾ, ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਵੱਡੇ ਕਿਸਾਨ ਜਿਹੜੇ ਆ ਉਹ ਕੇਂਦਰੀ ਨੇਤਰਤਵ ਨੂੰ ਮਿਲ ਰਹੇ ਆ ਔਰ ਪੰਜਾਬ ਨੇਤਰਤਵ ਨੂੰ ਮਿਲ ਰਹੇ ਆ, ਕਿਉਂਕਿ ਉਹਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਪੰਜਾਬ ਜਿਹੜਾ ਉਹ ਕਿੱਧਰ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਲੋਕ। ਹੁਣ ਮੈਂ ਇੱਥੇ ਬੜੀ ਖੁੱਲ੍ਹ ਕੇ ਗੱਲ ਨਹੀਂ ਕਹਿਣਾ ਚਾਹੁੰਦਾ, ਮੇਰੇ ਇਸ਼ਾਰੇ ਨੂੰ ਸਮਝ ਲਿਓ ਕਿ ਜਿਹੜੀਆਂ ਘਟਨਾਵਾਂ ਹੋ ਰਹੀਆਂ ਮੇਰਾ ਸਵਾਲ ਲੈ ਲਓ, ਉਸ ਤੋਂ ਬਾਅਦ ਇਹ ਜਵਾਬ ਉਹੀ ਹੈ। ਮੈਂ ਚਾਹੁੰਦਾ ਕਿ ਸਵਾਲ ਲੈ ਲਓ। ਸਿੱਧੂ ਦਾ ਅਸਤੀਫਾ ਕਹਿ ਲਓ, ਕੈਪਟਨ ਦਾ ਅਸਤੀਫਾ ਕਹਿ ਲਓ, ਚੰਨੀ ਹੋਰਾਂ ਦੀ ਸਰਕਾਰ ਬਣਨੀ ਕਹਿ ਲਓ, ਕਿਉਂਕਿ ਸਾਨੂੰ ਵੀ ਲੋਕਲ ਲੈਵਲ ਤੇ ਲੋਕ ਪੁੱਛਦੇ ਨੇ ਕਿ ਇਸ ਵੇਲੇ ਪੰਜਾਬ ਕਿੱਧਰ ਜਾ ਰਿਹਾ, ਇਸ ਵੇਲੇ ਪੰਜਾਬ ਦੇ ਹਾਲਾਤ ਕੀ ਨੇ, ਕਿਉਂਕਿ ਕੋਈ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਹੋ ਪਾ ਰਿਹਾ, ਕਿਉਂਕਿ ਸਰਕਾਰ ਅਜੇ ਖੁਦ ਅਸਮੰਜਸ ਦੇ ਵਿੱਚ ਹੈ ਕਿ ਕਿਸ ਮੰਤਰੀ ਨੂੰ ਕਿਹੜਾ ਵਿਭਾਗ ਜਿਹੜਾ ਉਹ ਦਿੱਤਾ ਜਾਵੇ। ਤੇ ਇੱਕ ਲੀਡਰ ਹੋਣ ਦੇ ਨਾਤੇ ਇਲਾਕੇ ਨੂੰ ਲੀਡ ਕਰਦੇ ਹੋ ਤੁਸੀਂ, ਨੁਮਾਇੰਦੇ ਹੋ ਭਾਰਤੀ ਜਨਤਾ ਪਾਰਟੀ ਦੇ, ਤੁਹਾਡੀ ਨਜ਼ਰ ਦੇ ਵਿੱਚ ਪੰਜਾਬ ਦੀ ਰਾਜਨੀਤੀ ਇਸ ਵੇਲੇ ਕਿੱਥੇ ਖੜੀ ਹੈ? ਦੇਖੋ, ਦੋ ਗੱਲਾਂ ਨੇ ਇਹਦੇ 'ਚ, ਦੋ ਤਿੰਨ ਗੱਲਾਂ ਨੇ ਮਨੀਸ਼ੀ। ਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਇਸ ਕਰਕੇ ਕੀਤਾ ਜਾ ਰਿਹਾ ਹੈ, ਇਹ ਨੂਰਾ ਕੁਸ਼ਤੀ ਕਾਂਗਰਸ ਦੀ ਆਪਸ ਦੇ ਵਿੱਚ ਜਿਹੜੀ ਜਾਰੀ ਹੈ, ਸਿੱਧੂ ਵਰਸਸ ਚੰਨੀ, ਜਿਹੜਾ ਇਹ ਕੀਤਾ ਜਾ ਰਿਹਾ ਉਹ ਇਸ ਕਰਕੇ ਕੀਤਾ ਜਾ ਰਿਹਾ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਜਿਹੜਾ ਮੁੱਖ ਮੁੱਦੇ ਜਿਹੜੇ ਆ ਉਹ ਉਹਨਾਂ ਤੋਂ ਹਟਾਇਆ ਜਾਏ ਔਰ ਮੁਫਤ ਦਾ ਰੌਲਾ ਪਾ ਕੇ 3 ਮਹੀਨੇ ਦੇ ਵਿੱਚ ਲੋਕਾਂ ਨੂੰ ਬਰਗਲਾਇਆ ਜਾਏ। ਇਹ ਸਾਰਾ ਕੁਝ ਜਿਹੜਾ ਆ ਉਹ ਪ੍ਰਸ਼ਾਂਤ ਕਿਸ਼ੋਰ ਦੀ ਯੋਜਨਾ ਦੇ ਅਨੁਸਾਰ ਪੰਜਾਬ ਦੇ ਵਿੱਚ ਹੋ ਰਿਹਾ। ਪੀਕੇ ਜਿਹਨੂੰ ਅਸੀਂ ਕਹਿੰਦੇ ਆ, ਉਹਦੀ ਯੋਜਨਾ ਦੇ ਅਨੁਸਾਰ ਕਾਂਗਰਸ ਜਿਹੜੀ ਹੈ ਉਹ ਆਪਸ ਦੇ ਵਿੱਚ ਨੂਰਾ ਕੁਸ਼ਤੀ ਕਰਕੇ ਲੋਕਾਂ ਦਾ ਧਿਆਨ ਮੁੱਖ ਮੁੱਦਿਆਂ ਤੋਂ, ਹੁਣ ਲੋਕਾਂ ਨੇ ਪੁੱਛਣਾ ਸੀ ਇਹਨਾਂ ਨੂੰ ਵੀ ਤੁਸੀਂ ਕਿਹਾ ਸੀ ਘਰ ਘਰ ਨੌਕਰੀ ਦਿਆਂਗੇ, ਕਿਆ ਦੇਤੀ? ਲੋਕਾਂ ਨੇ ਪੁੱਛਣਾ ਸੀ, ਜਨਤਾ ਜਨਾਰਦਨ ਨੇ ਪੁੱਛਣਾ ਸੀ ਇਹਨਾਂ ਨੂੰ ਕਿ ਤੁਸੀਂ ਨਸ਼ਾ ਦੂਰ ਕਰਨ ਦੀ ਗੱਲ ਕੀਤੀ ਸੀ, ਕਿਆ ਉਹ ਦੂਰ ਕਰ ਦਿੱਤਾ? ਲੋਕਾਂ ਨੇ ਹੋਰ ਇਸ ਤਰ੍ਹਾਂ ਦੇ ਜਵਲੰਤ ਕੁਐਸਚਨ ਜਿਹੜੇ ਆ, ਸਵਾਲ ਜਿਹੜੇ ਆ ਉਹ ਇਹਨਾਂ ਨੂੰ ਪੁੱਛਣੇ ਸੀਗੇ। ਉਹ ਸਾਰਾ ਕੁਝ ਉਹਦੇ ਤੋਂ ਬਚਣ ਲਈ ਕਾਂਗਰਸ ਜਿਹੜੀ ਹੈ ਸਾਰਾ ਕੁਝ ਕਰ ਰਹੀ ਹੈ ਕਿ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਹੁੰਦੀ ਹੈ, ਪਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਇਹ ਲੋਕਾਂ ਨੂੰ ਭੁੱਲਣ ਨਹੀਂ ਦੇਣਾ, ਲੋਕਾਂ ਨੂੰ ਯਾਦ ਕਰਾਉਂਦੇ ਰਹਾਂਗੇ ਅਸੀਂ ਕਿ ਇਹਨਾਂ ਨੇ ਕਿਹਾ ਸੀ ਕਿ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ। ਠੀਕ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਤੋਂ ਧਿਆਨ ਹਟਾਉਣ ਲਈ ਇਹ ਆਪਸ ਦੇ ਵਿੱਚ ਨੂਰਾ ਕੁਸ਼ਤੀ ਕਰ ਰਿਹਾ ਔਰ ਪੰਜਾਬ ਨੂੰ ਆਤੰਕਵਾਦ ਦੇ ਵਿੱਚ, ਮੈਂ ਸਿੱਧਾ ਕਹਿ ਰਿਹਾ ਕਿ ਆਤੰਕਵਾਦ ਵੱਲ ਨੂੰ ਲਿਜਾਣ ਦੀ ਕੋਸ਼ਿਸ਼ ਇਹ ਲੋਕ ਕਰ ਰਹੇ ਆ ਤਾਂ ਕਿ ਪੰਜਾਬ ਦੇ ਵਿੱਚ ਆਤੰਕਵਾਦ ਨੂੰ ਫੈਲਾ ਕੇ ਜਿਹੜਾ ਲੋਕਾਂ ਨੂੰ ਡਰਾਇਆ ਜਾ ਸਕੇ ਔਰ ਆਤੰਕਵਾਦ ਵਾਲੇ ਪਾਸੇ ਨੂੰ ਪੰਜਾਬ ਨੂੰ ਭੇਜਿਆ ਜਾ ਸਕੇ। ਅੱਜ ਵੱਡੇ ਕਿਸਾਨ ਜਿਹੜੇ ਆ ਉਹ ਕੇਂਦਰੀ ਨੇਤਰਤਵ ਨੂੰ, ਜਿਨ੍ਹਾਂ ਦੀਆਂ 100 ਕਿੱਲੇ 200 ਕਿੱਲੇ 500 ਕਿੱਲੇ ਜ਼ਮੀਨ ਹੈ, ਜਾਂ ਉਹ ਕੇਂਦਰੀ ਨੇਤਰਤਵ ਨੂੰ ਔਰ ਪੰਜਾਬ ਨੇਤਰਤਵ ਨੂੰ ਜਾ ਕੇ ਮਿਲ ਰਹੇ ਨੇ ਔਰ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਗੱਲ ਸਮਝ ਆ ਗਈ ਕਿ ਇਹ ਅਗਰ ਇੱਦਾਂ ਦਾ ਕੋਈ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੈ ਤਾਂ ਸਾਡੀ ਜਿਹੜੀ ਕਰੋੜਾਂ ਦੀਆਂ ਜ਼ਮੀਨਾਂ ਨੇ ਉਹਨਾਂ ਦਾ ਕੋਡੀ ਮੁੱਲ ਹੋ ਜਾਣਾ। ਇਸ ਕਰਕੇ ਮੇਰਾ ਪੰਜਾਬ ਨਿਵਾਸੀਆਂ ਨੂੰ ਇਹ ਅਨੁਰੋਧ ਹੈ ਕਿ ਭਾਰਤੀ ਜਨਤਾ ਪਾਰਟੀ ਹੋਈ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਜਿਹੜੀ ਆ ਸਥਿਰ ਸਰਕਾਰ ਦੇ ਸਕਦੀ ਹੈ ਔਰ ਬਾਕੀ ਦੀਆਂ ਤੁਸੀਂ ਜੇ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰੀਏ ਤਾਂ ਕੇਜਰੀਵਾਲ ਉਹਨਾਂ ਲੋਕਾਂ ਦੇ ਜਾ ਕੇ ਘਰ ਠਹਿਰਦਾ ਜਿਹੜੇ ਆਤੰਕਵਾਦ ਦੇ ਨਾਲ ਜੁੜੇ ਹੋਏ ਲੋਕ ਨੇ। ਕੇਜਰੀਵਾਲ, ਮੈਂ ਤਾਂ ਉਹਨੂੰ ਅਰਬਨ ਨਕਸਲ ਕਹਿੰਦਾ, ਇਹ ਉਹ ਲੋਕ ਨੇ ਜਿਹੜੇ ਅਨਾਰਕੀ ਫੈਲਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਲੋਕ ਜਿਹੜੇ ਆ ਉਹ ਸ਼ਾਂਤੀ ਪ੍ਰਿਯ ਲੋਕ ਨੇ। ਪੰਜਾਬ ਸ਼ਾਂਤੀ ਚਾਹੁੰਦਾ, ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਢਾਇਆ ਔਰ ਮਸਾਂ ਪੈਰਾਂ 'ਤੇ ਆਇਆ ਇਸ ਵੇਲੇ ਤੱਕ। ਠੀਕ ਹੈ, ਇਸ ਕਰਕੇ ਮੇਰਾ ਇਹ ਤੁਹਾਨੂੰ ਕਹਿਣਾ ਹੈ ਕਿ ਅਸੀਂ ਪਬਲਿਕ ਨੂੰ ਸੰਦੇਸ਼ ਦਈਏ। ਮੈਂ ਤੁਹਾਡੇ ਮਾਧਿਅਮ ਦੇ TNN ਦੇ ਮਾਧਿਅਮ ਦੇ ਨਾਲ ਵੀ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕਮਾਤਰ ਐਸੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਸ਼ਾਂਤੀ ਬਣਾਏ ਰੱਖ ਸਕਦੀ ਹੈ। ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ TNN ਨੂੰ ਦਿੱਤਾ। ਬਹੁਤ ਆਭਾਰ ਜੀ ਸੰਜੀਵ ਜੀ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਤੁਸੀਂ ਅੱਜ ਇੱਕ ਇੰਟਰਵਿਊ ਲੈ ਕੇ ਮੇਰੇ ਜੇ ਕਿ ਛੋਟੇ ਕਾਰਜਕਰਤਾ ਨੂੰ, ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਮਾਣ ਬਖਸ਼ਿਆ।
ਬਹੁਤ ਬਹੁਤ ਆਭਾਰ। ਜੀ ਬਹੁਤ ਬਹੁਤ ਸ਼ੁਕਰੀਆ। ਤੇ ਇਹ ਸਨ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਦਾਵਰ ਲੀਡਰ ਵਿਪਨ ਮਹਾਜਨ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਨੂੰ ਕੁਝ ਐਸੀਆਂ ਚੀਜ਼ਾਂ ਚਾਹੀਦੀਆਂ, ਜ਼ਮੀਨੀ ਤੌਰ ਤੇ ਉਹ ਚੀਜ਼ਾਂ ਚਾਹੀਦੀਆਂ ਕਿ ਜਿਸ ਕਰਕੇ ਇੱਥੋਂ ਦਾ ਜਿਹੜਾ ਨੌਜਵਾਨ ਜਿਹੜਾ ਆ ਉਹ ਤਰੱਕੀ ਕਰ ਸਕੇ, ਅੱਗੇ ਵੱਧ ਸਕੇ। ਹਕੀਕਤੀ ਤੌਰ ਤੇ ਰਾਜਨੀਤਿਕ ਵਿਚਾਰ ਇਹਨਾਂ ਦੇ ਅਲੱਗ ਹੋ ਸਕਦੇ ਆ ਬਾਕੀ ਪਾਰਟੀਆਂ ਨਾਲੋਂ, ਪਰ ਜਿੰਨਾ ਬੇਬਾਕੀ ਨਾਲ ਔਰ ਜਿੰਨਾ ਜ਼ਮੀਨ ਨਾਲ ਜੁੜ ਕੇ ਇਹਨਾਂ ਨੇ ਸੁਜਾਨਪੁਰ ਹਲਕੇ ਦੀ ਜਾਂ ਧਾਰ ਬਲਾਕ ਹਲਕੇ ਦੀ ਗੱਲ ਕੀਤੀ ਹੈ, ਉਹ ਕਾਬਿਲੇ ਤਾਰੀਫ ਹੈ। ਕੈਮਰਾਮੈਨ ਮੁਨੀਸ਼ ਦੇ ਨਾਲ ਸੰਜੀਵ ਮੰਗੋਤਰਾ, TNN, ਜੁਗਿਆਲ, ਪਠਾਨਕੋਟ।